ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਮੰਗਲਵਾਰ, ਤਰੀਕ ਹੈ 7 ਜੁਲਾਈ ਤੇ ਸ਼ਾਮ ਦੇ 5:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 5:30 ਦੇ ਉੱਤੇ ਬਠਿੰਡਾ ਸਟੂਡੀਓ ਤੋਂ ਲਾਈਵ ਪ੍ਰਸਾਰਿਤ ਕੀਤਾ ਜਾਂਦਾ, ਜਿਸ ਦਾ ਮੁੜ ਪ੍ਰਸਾਰਨ ਹੁਣ ਤੋਂ 4 ਘੰਟਿਆਂ ਬਾਅਦ ਯਾਨੀ ਕਿ 9:30 ਵਜੇ ਅਤੇ ਫਿਰ ਸਵੇਰੇ 4:30 ਵਜੇ ਹੋਏਗਾ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ, ਅਤੇ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ, ਅਤੇ ਸੁਖਪਾਲ ਸਿੰਘ ਬਰਾੜ, ਕੈਲਗਰੀ, ਸੁਪਰਸਟਾਰ ਪਲੰਬਿੰਗ ਐਂਡ ਹੀਟਿੰਗ, 403 690 1235। ਤੁਸੀਂ ਇਹਨਾਂ ਨੂੰ ਕਾਲ ਕਰਕੇ ਕੋਈ ਵੀ ਪਲੰਬਿੰਗ ਦਾ ਕੰਮ ਕਰਾਉਣਾ ਹੈ, ਹੀਟਿੰਗ ਦਾ ਕੰਮ ਕਰਾਉਣਾ ਹੈ, ਗੈਸ ਫਿਟਿੰਗ ਕਰਾਉਣੀ ਹੈ, ਹੌਟ ਵਾਟਰ ਟੈਂਕ, ਫਾਇਰ ਪਲੇਸ, ਫਰਨੈਸ ਰਿਪੇਅਰ, ਵਾਟਰ ਸੌਫਟਨਰ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪਲੰਬਿੰਗ ਕਰਾਉਣੀ ਹੈ ਤਾਂ 403 690 1235 ਤੇ ਕੈਲਗਰੀ 'ਚ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਪੰਜਾਬ ਵੱਲ ਆਪਾਂ ਮੁੜ ਕੇ ਥੋੜ੍ਹੀ ਦੇਰ ਬਾਅਦ ਆਵਾਂਗੇ। ਪਹਿਲਾਂ ਆਪਾਂ ਭੀਮਾ ਕੋਰੇਗਾਂਵ ਮਾਮਲੇ ਦੇ ਉੱਤੇ ਗੱਲ ਕਰ ਲਈਏ। ਸੁਪਰੀਮ ਕੋਰਟ ਵੱਲੋਂ ਕੀ ਨਵਾਂ ਆਇਆ ਜੀ ਇਸ ਬਾਰੇ? ਦੇਖੋ, ਜਦੋਂ ਅਸੀਂ ਭੀਮਾ ਕੋਰੇਗਾਂਵ ਦੀ ਗੱਲ ਕਰਦੇ ਹਾਂ, ਪਹਿਲਾਂ ਭੀਮਾ ਕੋਰੇਗਾਂਵ ਹੈ ਕੀ, ਇਹ ਵੀ ਦੱਸਣਾ ਪਏਗਾ ਜੀ। ਇਹ ਦੱਸਣਾ ਪੈਣਾ ਜ਼ਰੂਰੀ ਹੈ, ਕਿਉਂਕਿ ਭੀਮਾ ਕੋਰੇਗਾਂਵ ਸੁਰਖੀਆਂ ਬਣੀ ਜਾਂਦੀਆਂ, ਹੈਡਿੰਗਸ ਬਣੀ ਜਾਂਦੀ ਹੈ ਜੀ। ਆਮ ਬੰਦੇ ਦੇ ਕੱਖ ਪੱਲੇ ਨਹੀਂ ਪੈਂਦਾ ਵੀ ਇਹ ਚੀਜ਼ ਕੀ ਹੈ ਜੀ। ਅਸਲ ਦੇ ਵਿੱਚ ਭੀਮਾ ਕੋਰੇਗਾਂਵ ਮਹਾਰਾਸ਼ਟਰ ਦੇ ਵਿੱਚ ਇੱਕ ਪਿੰਡ ਦਾ ਨਾਮ ਹੈ ਜੀ। ਕਿਸੇ ਜ਼ਮਾਨੇ ਦੇ ਵਿੱਚ ਜਦੋਂ ਅੰਗਰੇਜ਼ ਇੱਥੇ ਆਪਣੇ ਪੈਰ ਪਸਾਰ ਰਹੇ ਸੀ ਜੀ, ਉਸ ਵੇਲੇ ਤੁਹਾਨੂੰ ਪਤਾ ਕਿ ਸਾਡੇ ਵੱਖ-ਵੱਖ ਸਟੇਟਾਂ ਹੁੰਦੀਆਂ ਸੀ, ਵੱਖ-ਵੱਖ ਰਾਜੇ ਹੁੰਦੇ ਸੀ ਜੀ। ਇਸ ਇਲਾਕੇ ਦੇ ਵਿੱਚ ਵੀ ਪੇਸ਼ਵਾ ਜਿਹੜੇ ਆ ਉਹ ਰਾਜ ਕਰਦੇ ਹੁੰਦੇ ਸੀ। ਅੱਛਾ ਜੀ। ਪੇਸ਼ਵਾ ਜਿਹੜੇ ਹੈਗੇ ਆ ਉਹਨੂੰ ਅਸੀਂ ਕਹਾਂਗੇ ਬ੍ਰਾਹਮਣ ਕਮਿਊਨਿਟੀ ਦੇ ਵਿੱਚੋਂ ਆਉਂਦੇ ਹੈ ਜੀ। ਔਰ ਉਹਨਾਂ ਦਾ ਜਿਹੜਾ ਨਜ਼ਰੀਆ ਦਲਿਤਾਂ ਪ੍ਰਤੀ ਬਹੁਤ ਹੀ ਨੈਗੇਟਿਵ, ਮਤਲਬ ਤੌਹੀਨ ਯਾਫਤਾ ਜੀ ਜੀ ਜੀ। ਉਹਨਾਂ ਦੀ ਇਨਸਲਟ ਕਰਦੇ ਹੁੰਦੇ, ਬੇਇੱਜ਼ਤੀ ਕਰਦੇ ਹੁੰਦੇ। ਅੱਛਾ ਜੀ। ਜੋ ਜਾਣਕਾਰੀ ਮਿਲੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਹਰ ਦਲਿਤ ਦੇ ਲਈ ਇਹ ਹੁਕਮ ਜਾਰੀ ਕੀਤਾ ਹੋਇਆ ਸੀ ਕਿ ਉਹਦੇ ਗਲ ਦੇ ਵਿੱਚ ਕੋਈ ਬਰਤਨ ਬਣਿਆ ਹੋਣਾ ਚਾਹੀਦਾ, ਭਾਵ ਕੋਈ ਡੱਬਾ ਹੋਵੇ, ਪਤਾ ਲੱਗ ਜੇ, ਖੜਕਾ ਹੋਵੇ, ਖੜਕਾ ਨਹੀਂ ਹੋਵੇ ਕਿ ਜੇ ਉਹ ਬੰਦੇ ਨੂੰ ਖੰਘ ਆਉਂਦੀ ਆ ਉਹਨੇ ਥੁੱਕਣਾ ਤਾਂ ਧਰਤੀ ਦੇ ਉੱਤੇ ਨਾ ਥੁੱਕੇ। ਅੱਛਾ ਅੱਛਾ, ਦੱਸੋ। ਜੇ ਉਹ ਧਰਤੀ ਤੇ ਥੁੱਕੂਗਾ ਤਾਂ ਬ੍ਰਾਹਮਣ ਜਿਹੜਾ ਹੈਗਾ ਉਹ ਭ੍ਰਿਸ਼ਟ ਹੋ ਜਾਊਗਾ, ਕਿਉਂਕਿ ਉਹਦੇ ਪੈਰ ਲੱਗਣਗੇ ਉਹਦੇ ਨਾਲ, ਉਹ ਪਲੀਤ ਹੋ ਜਾਊਗਾ। ਇਸ ਕਰਕੇ ਉਹ ਆਪਦਾ ਥੁੱਕ ਹੈ ਜਿਹੜਾ ਉਹਦੇ ਚ ਹੀ ਪਾ ਜੀ। ਇਹ ਜਿਹੜੀ ਸਾਡੀ ਮਨੂਵਾਦ ਦੀ ਜਿਹੜੀ ਦਿੱਤੀ ਹੋਈ ਸੀ ਸਾਨੂੰ ਇੱਕ ਦਰਸੀਸ, ਉਹਦਾ ਨਤੀਜਾ ਹੀ ਸੀ ਜੀ। ਜਿਹੜੀ ਜਾਤ ਪਾਤ ਜਿਹੜੇ ਸਮਾਜਾਂ ਦੇ ਵਿੱਚ ਹੁੰਦੀ ਹੈ, ਉਹਨਾਂ ਸਮਾਜਾਂ ਦਾ ਬੇੜਾ ਗਰਕ ਇਸੇ ਕਰਕੇ ਹੁੰਦਾ। ਇਹ ਭਾਰਤੀ ਸੰਸਕ੍ਰਿਤੀ ਦੇ ਵਿੱਚ ਜਾਤ ਪਾਤ ਬਹੁਤ ਜ਼ਿਆਦਾ ਹੈ, ਅੱਜ ਤੱਕ ਵੀ ਹੈ ਜੀ। ਔਰ ਇੱਥੇ ਗੱਲ ਹੀ ਨਹੀਂ ਮੁੱਕਦੀ ਸੀ, ਸਗੋਂ ਉਹਨਾਂ ਦੇ ਲਈ ਕੰਪਲਸਰੀ ਸੀ ਕਿ ਉਹ ਆਪਣੇ ਲੱਕ ਦੇ ਨਾਲ ਪਿਸ਼ਾਬ ਵਾਲੇ ਪਾਸੇ ਕਰਕੇ ਇੱਕ ਝਾੜੂ ਵੀ ਬੰਨਣ। ਅੱਛਾ ਜੀ। ਤਾਂ ਕਿ ਜਿੱਥੋਂ ਜਿੱਥੋਂ ਦੀ ਉਹ ਤੁਰ ਕੇ ਜਾਣਗੇ ਤੇ ਉਹ ਝਾੜੂ ਵੱਜਦਾ ਜਾਵੇ, ਉਹਨਾਂ ਦੀਆਂ ਪੈੜਾਂ ਆਟੋਮੈਟਿਕਲੀ ਸਫਾਈ ਹੁੰਦੀ ਜਾਵੇ, ਉਹਨਾਂ ਦੀ ਆਟੋਮੈਟਿਕਲੀ ਉਹਨਾਂ ਦੀਆਂ ਪੈੜਾਂ ਖਤਮ ਹੋਣ, ਸਫਾਈ ਹੁੰਦੀ ਜਾਵੇ। ਦੱਸੋ, ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਬੰਦੇ ਜਿਉਂਦੇ ਹੋਣ ਜੀ, ਤੇ ਉਦੋਂ ਫਿਰ ਜਿਹੜਾ ਉਹਨਾਂ ਨੂੰ ਕੋਈ ਵੀ ਬੰਦਾ ਵਰਤਣ ਵਾਲਾ, ਇਸਤੇਮਾਲ ਕਰਨ ਵਾਲਾ ਚਾਹੀਦਾ ਹੈ। ਉਹਨਾਂ ਦਿਨਾਂ ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਇਸ ਇਲਾਕੇ ਦੇ ਵਿੱਚ ਆਪਣਾ ਦਬਦਬਾ ਬਣਾ ਰਹੀ ਸੀ ਜੀ। ਪੇਸ਼ਵਾਵਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਸੀ। ਪੇਸ਼ਵਾ ਉਹਨਾਂ ਨੂੰ ਰੋਕਦੇ ਹੁੰਦੇ ਸੀ ਜੀ। ਈਸਟ ਇੰਡੀਆ ਕੰਪਨੀ ਦੇ ਕੋਲੇ ਅਫੀਸਰ ਤਾਂ ਆਪਦੇ ਸੀਗੇ, ਲੇਕਿਨ ਫੌਜ ਉਹਨਾਂ ਕੋਲੇ ਆਪਦੀ ਨਹੀਂ ਸੀ। ਫਿਰ ਉਹਨਾਂ ਨੇ ਜਿਹੜਾ ਉੱਥੇ ਦਾ ਦਲਿਤ ਭਾਈਚਾਰਾ ਹੈ ਜੀ, ਜਿਹਨੂੰ ਮਹਾਰ ਕਹਿ ਦਿੰਦੇ ਹੈ, ਉਹ ਮਹਾਰ ਕਮਿਊਨਿਟੀ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ। ਅੱਛਾ ਜੀ। ਇਹ ਗੱਲ ਹੈਗੀ 1 ਜਨਵਰੀ 1818 ਦੀ। ਅੱਛਾ ਜੀ। 1 ਜਨਵਰੀ 100 ਸਾਲ ਤੋਂ ਉੱਤੇ ਹੋ ਗਿਆ, 100 ਸਾਲ ਤੋਂ 200 ਸਾਲ ਹੋ ਗਏ ਜੀ। 2020 ਆ ਗਿਆ। ਹਾਂਜੀ ਹਾਂਜੀ। ਹਾਂ, 200 ਤੇ 1 ਸਾਲ ਹੋ ਗਏ। 1 ਜਨਵਰੀ 1818 ਦੀ ਗੱਲ ਹੈ ਜੀ, ਜਦੋਂ ਉੱਥੇ ਪੇਸ਼ਵਾਵਾਂ ਦੀ ਤੇ ਅੰਗਰੇਜ਼ਾਂ ਦੀ ਲੜਾਈ ਹੋਈ ਜੀ। ਉਹਦੇ ਵਿੱਚ 700-800 ਬੰਦਾ ਜਿਹੜਾ ਸੀਗਾ ਉਹ ਮਹਾਰ ਕਮਿਊਨਿਟੀ ਜਿਹੜਾ ਸੀਗਾ ਆਰਮੀ ਦਾ ਸੀ। ਮਹਾਰ ਕਮਿਊਨਿਟੀ ਨਾਲ ਜਿਹੜੀ ਸੰਬੰਧ ਸੀ, ਤੇ ਬਾਕੀ ਸਾਰੇ ਜਿਹੜੇ ਹੈਗੇ ਹੈ ਉਹ ਥੋੜੇ ਬਹੁਤੇ ਹੋਰ ਸੀ, ਤੇ ਦੂਜੇ ਪਾਸੇ ਕਈ ਹਜ਼ਾਰ ਸੀ ਜਿਹੜੇ ਉਹ ਪੇਸ਼ਵਾਵਾਂ ਦੀ ਫੌਜ। ਅੱਛਾ ਜੀ। ਲੜਾਈ ਬੜੀ ਗਹਿ ਹੋਈ ਤੇ ਉਸ ਲੜਾਈ ਦੇ ਵਿੱਚ ਪੇਸ਼ਵਾ ਹਾਰ ਗਏ। ਅੱਛਾ ਜੀ। ਤੇ ਅੰਗਰੇਜ਼ ਜਿੱਤ ਗਏ। ਕੁਛ ਜਿਹੜੇ ਹੈਗੇ ਆ ਮਾਰੇ ਗਏ ਸੀ,
ਪਹਾੜ ਵੀ ਮਾਰੇ ਗਏ ਸੀ। ਅੱਛਾ ਜੀ। ਤੇ ਫਿਰ ਇਹ ਜਿਹੜਾ ਹੈਗਾ ਟਾਈਮ ਆਉਂਦਾ 1927 ਦਾ। ਅੱਛਾ ਜੀ। 1927 ਦੇ ਵਿੱਚ ਉਸ ਜਗ੍ਹਾ ਨੂੰ ਜਾ ਕੇ ਲੱਭਿਆ ਸੀ ਡਾਕਟਰ BR ਅੰਬੇਦਕਰ ਦੀ। ਉਹਨੇ ਉਹ ਗੱਲ ਉਹ ਲੱਭੀ ਵੀ ਆਹ ਉਹ ਜਗ੍ਹਾ ਤੇ ਇੱਥੇ BR ਅੰਬੇਦਕਰ ਨੇ ਫਿਰ ਉਹ ਇੱਕ ਜਿਹੜੀ ਲਾਟ ਬਣਵਾਤੀ ਸੀ ਜਿਹਨੂੰ ਆਪਾਂ ਯਾਦਗਾਰ ਕਹਿ ਦਿੰਦੇ ਜੀ, ਮਸ਼ਾਲ। ਹਾਂ, ਉਸ ਯਾਦਗਾਰ ਦੇ ਉੱਤੇ ਹਰ ਸਾਲ ਜਾ ਕੇ ਜਿਹੜਾ ਉੱਥੇ ਕੋਈ ਨਾ ਕੋਈ ਜਿਹੜਾ ਸਮਾਗਮ ਵਗੈਰਾ ਹੁੰਦਾ ਰਹਿੰਦਾ ਹੈ। ਇਹ ਗੱਲ ਜਿਹੜੇ ਹੈ ਜਦੋਂ ਉਹਨਾਂ ਦੇ 200 ਸਾਲ ਪੂਰੇ ਹੁੰਦੇ ਹੈ 2000 ਮੇਰੇ ਖਿਆਲ 19 ਦੀ ਗੱਲ ਹੈ, 1 ਜਨਵਰੀ 2019 ਦੀ। ਅੱਛਾ ਜੀ। ਉਦੋਂ ਵੀ ਉਹਨਾਂ ਨੇ ਇੱਕ ਸਮਾਗਮ ਕੀਤਾ ਸੀ ਤੇ ਉਹ ਸਮਾਗਮ ਹੁਣ ਤੱਕ ਦਾ ਸਭ ਤੋਂ ਵੱਡਾ ਸਮਾਗਮ ਜੀ। ਉਹਦੇ ਵਿੱਚ ਘੱਟ ਗਿਣਤੀਆਂ ਦੇ ਲੋਕ, ਦਲਿਤ ਭਾਈਚਾਰੇ ਦੇ ਲੋਕ ਸਾਰੇ ਉਹ ਬੁਲਾਏ ਹੋਏ ਸੀ। ਸਾਡੇ ਪੰਜਾਬ ਦੇ ਵਿੱਚੋਂ ਵੀ ਸਿਮਰਜੀਤ ਸਿੰਘ ਮਾਨ ਗਏ ਹੋਏ ਸੀ, ਤੁਹਾਡੇ ਯਾਦ ਹੋਣਾ। ਹਾਂਜੀ ਹਾਂ, ਦਾ ਇੱਕ ਭਾਸ਼ਣ ਸੁਣਿਆ ਸੀ ਜੀ। ਜੀ, ਇੰਨਾ ਸ਼ਾਨਦਾਰ ਭਾਸ਼ਣ ਅੱਜ ਤੱਕ ਸਿਮਰਜੀਤ ਸਿੰਘ ਮਾਨ ਦਾ ਪਹਿਲਾਂ ਆਪਾਂ ਕਦੇ ਨਹੀਂ ਸੀ ਸੁਣਿਆ ਜੀ। ਜਿਹੜਾ ਉੱਥੇ ਕੁਝ ਗੜਬੜ ਹੋ ਗਈ, ਵਾਇਲੈਂਸ ਫੈਲ ਗਈ। ਉਹ ਵਾਇਲੈਂਸ ਦੇ ਵਿੱਚ 1-2 ਬੰਦੇ ਮਾਰੇ ਵੀ ਗਏ, ਕੁਝ ਬੰਦੇ ਜ਼ਖਮੀ ਹੋ ਗਏ। ਜਿਨ੍ਹਾਂ ਬੰਦਿਆਂ ਨੇ ਵਾਇਲੈਂਸ ਕੀਤੀ ਸੀ ਉਹਨਾਂ ਬੰਦਿਆਂ ਦੇ ਖਿਲਾਫ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਜਿਵੇਂ ਦਿੱਲੀ ਦੇ ਵਿੱਚ ਹੋਇਆ, ਦੇ ਵਿੱਚ ਮੁਸਲਮਾਨ ਮਾਰੇ ਗਏ ਜੀ, ਮੁਸਲਮਾਨਾਂ ਦੇ ਪਰਚੇ। ਜਿਨ੍ਹਾਂ ਨੇ ਉਹਨਾਂ ਦੇ ਹੱਕ ਜਹਾਦ ਦਾ ਨਾਰਾ ਮਾਰਿਆ ਉਹਨਾਂ ਦੇ ਪਰਚੇ। ਜੇ ਕਿਸੇ ਨੇ ਲੰਗਰ ਲਾਤਾ, ਆਪਣਾ ਹੋਟਲ ਵੇਚ ਕੇ, ਆਪਣੀਆਂ ਬਿਲਡਿੰਗਾਂ ਵੇਚ ਕੇ, ਉਹਨਾਂ ਤੇ ਵੀ ਪਰਚੇ ਜੀ ਜੀ ਜੀ। ਉਹਨਾਂ ਦਾ ਵੀ ਚਾਰਜਸ਼ੀਟ ਨਾ, ਜੋਗਿੰਦਰ ਯਾਦਵ ਵਰਗੇ ਬੰਦੇ, ਹਰਸ਼ ਮੰਦਰ ਵਰਗੇ ਬੰਦੇ, ਉਹਨਾਂ ਦਾ ਵੀ ਨਾ। ਇਹ ਅਸਲ ਦੇ ਵਿੱਚ ਸਿਸਟਮ ਇਹਨਾਂ ਨੇ ਉੱਥੋਂ ਸ਼ੁਰੂ ਕੀਤਾ ਸੀ। ਅੱਛਾ ਜੀ। ਔਰ ਉਸੇ ਵੇਲੇ ਇੱਕ ਮੀਟਿੰਗ ਜਿਹੜੀ ਆ ਪੂਨੇ ਦੇ ਵਿੱਚ ਹੋਈ ਸੀ। ਉਸ ਮੀਟਿੰਗ ਦੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਵਿਦਵਾਨ ਲੋਕ ਉਹ ਗਏ ਸੀ ਜਿਹੜੇ ਹਮੇਸ਼ਾ ਹੀ ਘੱਟ ਗਿਣਤੀਆਂ ਦੇ ਖਿਲਾਫ, ਦਲਿਤਾਂ ਦੇ ਖਿਲਾਫ ਜਿਹੜੇ ਜ਼ੁਲਮ ਹੁੰਦੇ ਆ, ਗਰੀਬਾਂ ਦੇ ਖਿਲਾਫ ਜ਼ੁਲਮ ਹੁੰਦੇ ਆ ਜੀ, ਲੜਦੇ ਰਹਿੰਦੇ ਸੀ। ਬੰਦੇ ਕਾਫੀ ਸਾਰੇ ਸੀ। ਉਹਨਾਂ ਕਾਫੀ ਸਾਰੇ ਬੰਦਿਆਂ ਦੇ ਵਿੱਚ ਇੱਕ ਗੌਤਮ ਨੌਲੱਖਾ ਵੀ ਸੀ ਜੀ। ਇਹਨਾਂ ਨੇ ਫਿਰ ਉਹਨਾਂ ਤੇ ਕੇਸ ਰਜਿਸਟਰ ਕੀਤਾ ਤੇ ਇੱਕ ਨਵੀਂ ਜਿਹੜੀ ਹੈਗੀ ਹੈ ਟਰਮੀਨੋਲੋਜੀ ਦੇਤੀ, ਅਰਬਨ ਨਕਸਲਿਜ਼ਮ। ਅੱਛਾ ਜੀ। ਸ਼ਹਿਰੀ ਨਕਸਲਵਾੜੀ ਹੈ ਜੀ ਕਹਿੰਦੇ। ਪੜ੍ਹੇ ਲਿਖੇ ਲੋਕ ਜਿਹੜੇ ਹੈਗੇ ਸ਼ਹਿਰੀ ਨਕਸਲਵਾੜੀ ਹੈ, ਲੋਕਾਂ ਨੂੰ ਭੜਕਾਉਂਦੇ ਹੈ। ਦੱਸੋ। ਇਹ ਕਾਰਵਾਈ ਕਰਕੇ ਉਹਨਾਂ ਨੇ ਇੱਕ ਕੇਸ ਰਜਿਸਟਰ ਕਰਤਾ। ਉਸ ਕੇਸ ਦੇ ਵਿੱਚ ਸੁਧਾ ਭਾਰਦਵਾਜ ਵਰਗੀਆਂ ਔਰਤਾਂ ਵੀ ਸੀ, ਕਾਫੀ ਸਾਰੇ ਬੰਦੇ ਸੀ। ਉਹਨਾਂ ਦੀਆਂ ਰੇਡਾਂ ਪੈਣੀਆਂ ਸ਼ੁਰੂ ਹੋਈਆਂ, ਫੜਾਫੜਾਈ। ਅਖੀਰ ਹੋਇਆ ਕਿ ਗੌਤਮ ਨੌਲੱਖਾ ਨੂੰ ਕਿਤੋਂ ਐਂਟੀਸਪੇਟਰੀ ਬੇਲ ਮਿਲ ਗਈ, ਇੰਟਰਮ ਬੇਲ ਜਿਹਨੂੰ ਕਹਿ ਦਿੰਦੇ ਜੀ। ਬਾਅਦ ਦੇ ਵਿੱਚ ਉਸ ਇੰਟਰਮ ਬੇਲ ਨੂੰ ਚੈਲੰਜ ਕਰਤਾ। ਉਹ ਇੰਟਰਮ ਬੇਲ ਸੁਪਰੀਮ ਕੋਰਟ ਨੇ ਖਾਰਜ ਕਰਤੀ ਤੇ ਉਹਨੂੰ ਹੁਕਮ ਦਿੱਤਾ ਕਿ ਤੂੰ ਸਰੈਂਡਰ ਕਰ ਜੀ। ਗੌਤਮ ਨੌਲੱਖਾ ਨੇ ਸਰੈਂਡਰ ਕਰਤਾ, ਤਿਹਾੜ ਜੇਲ੍ਹ ਚਲਾ ਗਿਆ। ਹੁਣ ਜਿੱਥੇ ਉਹਨੇ ਸਰੈਂਡਰ ਕੀਤਾ, ਬੰਦਾ ਬੇਲ ਐਪਲੀਕੇਸ਼ਨ ਆਪਦੀ ਉੱਥੇ ਹੀ ਪਾਊਗਾ। ਹਾਂ ਬਿਲਕੁਲ, ਉੱਥੇ ਹੀ ਪਾਉਣੀ, ਹੋਰ ਕਿੱਥੇ ਪਾਉਣੀ ਉਹਨੇ। ਉਹਨੇ ਆਪਣੀ ਬੇਲ ਐਪਲੀਕੇਸ਼ਨ ਪਾਤੀ, ਉਹ ਪਾਤੀ ਦਿੱਲੀ ਹਾਈ ਕੋਰਟ 'ਚ। ਅੱਛਾ ਜੀ। ਦਿੱਲੀ ਹਾਈ ਕੋਰਟ ਨੇ ਨੋਟਿਸ ਦਿੱਤਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ। ਹੁਣ ਤੁਸੀਂ ਕਹੋਗੇ ਮੁਕੱਦਮਾ ਦਰਜ ਹੋਇਆ ਮਹਾਰਾਸ਼ਟਰ 'ਚ ਤੇ NIA ਕਿੱਥੋਂ ਆ ਗਈ? ਇਹ NIA ਉਦੋਂ ਆ ਗਈ ਕਿਉਂਕਿ ਜਦੋਂ ਕਾਂਗਰਸ ਪਾਰਟੀ ਨੇ ਤੇ NCP ਨੇ ਆ ਮੌਜੂਦਾ ਸਾਂਝੇ ਤੌਰ ਤੇ ਇਲੈਕਸ਼ਨ ਲੜੀ ਸੀ ਜੀ। ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਭੀਮਾ ਕੌਰੇ ਗਾਉਂ ਦੀ ਠੀਕ ਤਰੀਕੇ ਨਾਲ ਜਾਂਚ ਕਰਵਾ ਕੇ ਬੇਗੁਨਾਹਾਂ ਨੂੰ ਛੱਡਾਂਗੇ। ਉੱਥੇ ਜਿਹੜਾ ਹੈ ਸ਼ਿਵ ਸੈਨਾ ਦੇ ਨਾਲ ਇਹਨਾਂ ਦੀ ਅੰਡਰਸਟੈਂਡਿੰਗ ਬਣ ਗਈ ਤੇ ਸਰਕਾਰ ਜਦੋਂ ਪਤਾ ਲੱਗਿਆ ਵੀ ਇਹਨਾਂ ਦੀ ਹੁਣ ਸਰਕਾਰ ਬਣ ਗਈ ਜੀ, ਇਮੀਡੀਏਟ ਨਾਲ ਦੀ ਨਾਲ ਕੇਂਦਰ ਸਰਕਾਰ ਨੇ ਉਹ ਕੇਸ ਚੱਕ ਕੇ NIA ਨੂੰ ਦੇ ਦਿੱਤਾ। ਅੱਛਾ ਜੀ। ਜਿਹੜੀ ਦੇਵੇਂਦਰ ਫਡਨਵੀਸ ਦੀ ਜਾ ਰਹੀ ਸਰਕਾਰ ਦੀਆਂ ਸਿਫਾਰਿਸ਼ਾਂ ਜੀ, NIA ਆ ਕੇ ਉੱਥੇ ਕਾਰ ਮੁਖਤਿਆਰ ਬਣ ਗਈ। ਤੇ NIA ਨੇ ਆਇਆ ਨੇ ਆ ਕੇ ਫਿਰ ਜਿਹੜਾ ਹੈਗਾ ਉਹ कहता जी ये ਜਿਹੜਾ ਹੈਗਾ ਸਾਨੂੰ ਨੋਟਿਸ ਦਿੱਤਾ ਹੈ, ਗਲਤ ਦਿੱਤਾ ਹੈ। ਨੋਟਿਸ ਦੇਣ ਵੇਲੇ ਜੱਜ ਸਾਹਿਬ ਨੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਸੀ ਜੀ। ਉਹਨਾਂ ਨੇ ਸਖਤ ਟਿੱਪਣੀਆਂ ਕੀ ਕੀਤੀਆਂ ਸੀ? ਉਹਨਾਂ ਨੇ ਸਖਤ ਟਿੱਪਣੀਆਂ ਇਹ ਕੀਤੀਆਂ ਸੀ ਕਿ ਇਹ ਬੰਦੇ ਨੇ ਜਦੋਂ ਇੱਥੇ ਬੇਲ ਐਪਲੀਕੇਸ਼ਨ ਪਾਈ ਹੋਈ ਹੈ ਜੀ, ਤੁਸੀਂ ਮੁੰਬਈ ਤੋਂ ਇਹਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਇਹਨੂੰ ਕਿਉਂ ਲੈ ਗਏ? ਇੱਕ ਤਾਂ ਉਹ ਰਿਕਾਰਡ ਪੇਸ਼ ਕਰੋ ਸਾਰਾ, ਦੂਜਾ ਜਵਾਬ ਦਿਓ। ਕਾਫੀ ਮਤਲਬ ਜਿਹੜੀਆਂ ਸਖਤ ਟਿੱਪਣੀਆਂ ਕੀਤੀਆਂ ਸੀ, ਇਹਨਾਂ ਨੇ ਇਹਨੂੰ ਚੈਲੰਜ ਕਰਤਾ। ਅੱਛਾ ਜੀ। ਜੂਨ ਦੇ ਸ਼ੁਰੂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਇਹਦੇ ਚ ਜਿਹੜਾ ਗਹਿਰੇ ਬੈਂਚ ਦਾ ਹੁਕਮ ਸੀ ਉਸ ਹੁਕਮ ਤੇ ਰੋਕ ਲਾਤੀ। ਕਹਿੰਦੇ ਸੀ ਦੀ ਮੁਕੰਮਲ ਪੜਤਾਲ ਕਰ ਰਹੇ ਹਾਂ ਜੀ। ਹੁਣ ਉਹਦੀ ਮੁਕੰਮਲ ਸੁਣਵਾਈ ਕਰਨ ਤੋਂ ਬਾਅਦ ਕੱਲ ਉਹਨਾਂ ਨੇ ਆਰਡਰ ਜਾਰੀ ਕਰਤਾ ਕਿ ਦਿੱਲੀ ਹਾਈ ਕੋਰਟ ਕੋਲੇ ਤਾਂ ਅਖਤਿਆਰ ਹੀ ਹੈ ਨਹੀਂ। ਅੱਛਾ ਜੀ। ਉਹ ਤਾਂ ਇਸ ਕੇਸ ਦੀ ਸੁਣਵਾਈ ਨਹੀਂ ਕਰ ਸਕਦੀ। ਹੁਣ ਸਵਾਲ ਇਹ ਪੈਦਾ ਹੁੰਦਾ ਸੁਪਰੀਮ ਕੋਰਟ ਦਾ ਕਿਹਾ ਸਿਰ ਮੱਥੇ ਮੰਨਣਾ ਪੈਣਾ ਕਿਉਂਕਿ ਉਹ ਸੁਪਰੀਮ ਹੈ। ਹਾਂ ਬਿਲਕੁਲ, ਉਦੋਂ ਬੇਟਾ ਤਾਂ ਗੁਜ਼ਾਰਾ ਨਹੀਂ ਹੋਣਾ। ਅਸੀਂ ਉਹਦੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਸਵਾਲ ਵੱਡਾ ਇਹ ਹੁੰਦਾ ਜਿੰਨੀ ਕਿ ਮੇਰੀ ਜਾਣਕਾਰੀ ਹੈ ਕਿ ਜਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਹੈ ਜੇ ਉਹ ਰੇਲ ਸਫ਼ਰ ਕਰ ਰਿਹਾ ਹੈ, ਜੇ ਉਹ ਬਾਈ ਰੋਡ ਸਫ਼ਰ ਕਰ ਰਿਹਾ, ਬੱਸ ਜਾ ਰਿਹਾ ਹੈ ਜੀ, ਉਹਨੂੰ ਕਿਤੇ ਲੱਗਦਾ ਕਿ ਇੱਥੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਉਹ ਮੌਕੇ ਦੇ ਉੱਤੇ ਕੋਰਟ ਲਾ ਸਕਦਾ ਜੀ।
ਇਹ ਆਪਾਂ ਦੇਖਿਆ ਪੁਰਾਣੇ ਜ਼ਮਾਨੇ ਦੇ ਵਿੱਚ ਅਦਾਲਤਾਂ ਲੱਗਦੀਆਂ ਰਹੀਆਂ ਜੀ, ਬਿਲਕੁਲ ਲੱਗਦੀਆਂ ਰਹੀਆਂ ਸੜਕਾਂ ਤੇ। ਮੋਰ ਓਵਰ ਜਿਹੜਾ ਬੰਦਾ ਜਿੱਥੇ ਬੰਦਾ ਬੰਦ ਕੀਤਾ ਪਿਆ ਜੂਰੀਡਿਕਸ਼ਨ ਤਾਂ ਉਹ ਬਣਦੀ ਹੈ। ਹੁਣ ਸੁਪਰੀਮ ਕੋਰਟ ਨੇ ਕਹਿੰਦਾ ਜੂਰੀਡਿਕਸ਼ਨ ਇੱਥੇ ਨਹੀਂ ਬਣਦੀ, ਆਪਾਂ ਸੁਪਰੀਮ ਕੋਰਟ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ। ਪਰ ਜਿਨ੍ਹਾਂ ਲੋਕਾਂ ਨੇ ਕਿੰਤੂ ਪਰੰਤੂ ਕੀਤਾ ਉਹਨਾਂ ਲੋਕਾਂ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਵੀ ਹੈ ਜੀ, ਉਹਨਾਂ ਵਿੱਚ ਜਸਟਿਸ ਜਿਹੜੇ ਰਿਟਾਇਰਡ ਜਸਟਿਸ ਮਾਰਕੰਡੇ ਕਾਟਜੂ ਉਹ ਵੀ ਹੈਗੇ। ਉਹਨਾਂ ਨੇ ਵੀ ਆ ਕੇ ਇਹਦੇ ਤੇ ਸਾਰੀ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਕੁਝ ਹੋਇਆ ਇਹ ਗਲਤ ਹੋਇਆ ਜੀ। ਸੁਪਰੀਮ ਕੋਰਟ ਜਿਹੜੀ ਹੈ ਅੰਡਰ ਪ੍ਰੈਸ਼ਰ ਹੈ, ਇਹਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੋ ਹੁਣ ਇਸ ਤਰ੍ਹਾਂ ਦੀ ਗੱਲ ਹੋਈ ਹੈ ਜੀ, ਇਹਦੇ ਤੇ ਬਸ ਜਿੰਨਾ ਕੁ ਆਪਾਂ ਹਮਦਰਦੀ ਪ੍ਰਗਟ ਕਰ ਸਕਦੇ ਜੀ, ਹੋਰ ਤਾਂ ਆਪਾਂ ਕੀ ਕਰ ਸਕਦੇ ਹਾਂ। ਗੱਲ ਕਰ ਲਈ, ਇੰਨਾ ਹੀ ਬਹੁਤ ਹੈ। ਅੱਜ ਕੱਲ ਤਾਂ ਗੱਲ ਵੀ ਨਹੀਂ ਹੁੰਦੀ। ਤੇ ਮੈਨੂੰ ਯਾਦ ਹੈ ਢਿੱਲੋਂ ਸਾਹਿਬ, ਜੋ ਮੈਂ ਉਦੋਂ ਮੇਰਾ ਜਨਮ ਤਾਂ ਨਹੀਂ ਹਜੇ ਹੋਇਆ ਸੀਗਾ, ਜੇ ਆਪਾਂ ਗੱਲ ਕਰੀਏ ਗਲਵਾਨ ਵਾਦੀ ਦੇ ਵਿੱਚੋਂ ਜਦੋਂ ਹਿੰਦ ਚੀਨ ਲੜਾਈ ਲੱਗਦੀ ਹੈ, ਉਦੋਂ ਵੀ ਕਹਿੰਦੇ ਕਿ ਜਿਹੜੀ ਚੀਨੀ ਫੌਜ ਸੀ ਉਦੋਂ ਗਲਵਾਨ ਵਾਦੀ ਚੋਂ ਪਿੱਛੇ ਹਟ ਗਈ ਸੀ ਜੀ। ਤੇ ਫਿਰ ਕਹਿੰਦੇ ਚੀਨੀ ਜੰਗ ਹੋਈ। ਹੁਣ ਵੀ ਕਹਿੰਦੇ ਕਿ ਗਲਵਾਨ ਹਾਟੀ ਤੋਂ ਚੀਨੀ ਫੌਜ ਪਿੱਛੇ ਹਟ ਗਈ ਹੈ। ਕੀ ਸੱਚਾਈ ਕੀ ਹੈ, ਕੀ ਕਹਾਣੀ ਹੈ? ਦਾਨੀਆਲੀਆ ਸਾਹਿਬ, ਮੈਂ 5 ਮਿੰਟ ਨਾਲ ਤੁਹਾਥੋਂ ਲਊਂਗਾ ਛੁੱਟੀ, ਕਿਉਂਕਿ ਚੰਡੀਗੜ੍ਹ ਦੇ ਵਿੱਚ ਤਹਿਸੀਲਦਾਰ ਹੋਣ ਲੱਗਿਆ, ਇੱਥੇ ਨਾਕਾ ਲੱਗਿਆ ਹੋਇਆ ਜੀ। ਉਹ ਨਾਕੇ ਵਾਲੇ ਨਾਲ ਗੱਲ ਕਰ ਰਹੇ। ਓਕੇ ਜੀ, ਓਕੇ, ਕਰ ਲਓ ਜੀ। ਤੇ ਮੈਂ ਤੁਹਾਡੇ ਨਾਲ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜਿਆ ਹੋਇਆ। ਇਨ ਦਾ ਮੀਨ ਟਾਈਮ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦਾ ਮੈਂ, ਤੇ ਖਬਰਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਅੱਗੇ ਚੱਲਾਂਗੇ। ਤੇ ਗੱਲ ਪੰਜਾਬ ਦੇ ਪਿੰਡਾਂ ਦੀ ਆਪਸੀ ਸਾਂਝ ਤੇ ਆਰਥਿਕਤਾ ਦਾ ਗੇੜ ਦੀ ਕਰਦੇ ਹਾਂ। ਸੋ ਤੁਹਾਨੂੰ ਦੱਸਦੇ ਹਾਂ ਕਿ ਹਰ ਕਿਸੇ ਨੂੰ ਆਪਣੀ ਆਜ਼ਾਦੀ ਬਹੁਤ ਪਿਆਰੀ ਹੁੰਦੀ ਹੈ, ਤੇ ਤ੍ਰਿੰਝਣਾਂ ਵੀ ਜਿਹੜੀਆਂ ਨੇ ਬੀਬੀਆਂ ਨੂੰ ਆਜ਼ਾਦੀ ਦਿੰਦਾ। ਜਦੋਂ ਤੱਕ ਆਜ਼ਾਦੀ ਨਹੀਂ ਹੋਵੇਗੀ ਤਾਂ ਕਿਸੇ ਕੰਮ ਵਿੱਚ ਨਵੀਂ ਰਚਨਾਤਮਕਤਾ ਨਹੀਂ ਆਏਗੀ। ਸੋ ਆਪਾਂ ਤ੍ਰਿੰਝਣਾਂ ਨੂੰ ਪੰਜਾਬੀ ਬੀਬੀਆਂ ਦੀ ਸੱਥ ਵੀ ਕਹਿ ਲਈਏ ਤਾਂ ਕੋਈ ਦੂਸਰੀ ਰਾਏ ਨਹੀਂ ਹੋਏਗੀ। ਸੋ ਫਰੀਦਕੋਟ ਜ਼ਿਲ੍ਹੇ ਦੇ ਜੈਤੋਂ ਕਸਬੇ ਨੇੜੇ ਪਿੰਡ ਰੂਪਸੀ ਦੇ ਕੋਈ 250 ਬੀਬੀਆਂ ਦੇ ਕਰੀਬ ਇੱਕ ਗਰੁੱਪ ਤਿਆਰ ਕੀਤਾ, ਜੋ ਇਲਾਕੇ ਵਿੱਚ ਦੇਸੀ ਕਪਾਹ ਦੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਕਪਾਹ ਖਰੀਦ ਕੇ ਤ੍ਰਿੰਝਣਾਂ ਰਾਹੀਂ ਸੂਤ ਕੱਤਦੀਆਂ ਨੇ ਤੇ ਕੱਪੜਾ ਤਿਆਰ ਕਰਦੀਆਂ ਨੇ। ਰੂਪਸੀ ਖੇਤੀ ਵਿਰਾਸਤ ਮਿਸ਼ਨ ਦਾ ਗੈਰ ਸਰਕਾਰੀ ਸੰਗਠਨ ਨਾਲ ਕੰਮ ਕਰਦੀ ਹੈ ਤੇ ਤ੍ਰਿੰਝਣ ਪ੍ਰੋਜੈਕਟ ਦੀ ਸੰਚਾਲਕ ਹੈ। ਭਾਵੇਂ ਉਹ ਇਸ ਨੂੰ ਪ੍ਰੋਜੈਕਟ ਨਾ ਕਹਿ ਕੇ ਚਰਖੇ ਰਾਹੀਂ ਜ਼ਿੰਦਗੀ ਦੇ ਫਲਸਫੇ ਵੱਲੋਂ ਪ੍ਰਭਾਸ਼ਿਤ ਕਰਦੀ ਹੈ। ਰੂਪਸੀ ਗਰਗ ਦਾ ਪਿਛੋਕੜ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਨੂੜ ਇਲਾਕੇ ਦੇ ਪਿੰਡ ਤੇਪਲਾ ਦਾ ਤੇ ਉਹ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਮਾਈਕਰੋਬਾਇਓਲੋਜੀ ਵਿੱਚ ਬੀਟੈਕ ਕਰਨ ਤੋਂ ਬਾਅਦ ਹੈਦਰਾਬਾਦ ਦੇ ਸੈਂਟਰ ਫਾਰ ਸੈਲੂਲਰ ਐਂਡ ਮੋਲੀਕੂਲਰ ਬਾਇਓਲੋਜੀ ਵਿੱਚ 3 ਸਾਲ ਖੋਜ ਕਾਰਜਾਂ ਵਿੱਚ ਰੁਚੀ ਰਹੀ ਤੇ ਮਹਾਤਮਾ ਗਾਂਧੀ ਦੀਆਂ ਰਚਨਾਵਾਂ ਦੇ ਅਧਿਐਨ ਨੇ ਉਸ ਨੂੰ ਚੰਗੀ ਭਲੀ ਨੌਕਰੀ ਛਡਾ ਕੇ ਸਮਾਜ ਸੇਵਾ ਦੀ ਰਾਹ ਉੱਤੇ ਤੋਰ ਦਿੱਤਾ। ਸੋ ਕਹਿੰਦੀ ਹੈ ਕਿ ਮੈਨੂੰ ਲੱਗਿਆ ਕਿ ਜ਼ਮੀਨੀ ਪੱਧਰ ਉੱਤੇ ਕੰਮ ਕਰਨਾ ਹੈ ਤਾਂ ਮੈਂ ਨੌਕਰੀ ਛੱਡ ਦਿੱਤੀ ਤੇ 2 ਸਾਲ ਸਕੂਲ ਵਿੱਚ ਪੜ੍ਹਾਉਂਦੀ ਰਹੀ। ਫਿਰ ਬੰਗਲੌਰ ਦੀ ਅਜ਼ੀਮ ਜੀ ਪ੍ਰੇਮ ਜੀ ਯੂਨੀਵਰਸਿਟੀ ਤੋਂ ਮਾਸਟਰਜ਼ ਇਨ ਡਿਵੈਲਪਮੈਂਟ ਕੀਤੀ। ਸਮਾਜ ਵਿਗਿਆਨ ਵਿੱਚ ਡਿਗਰੀ ਲੈਣ ਤੋਂ ਬਾਅਦ ਕਹਿੰਦੀ ਮੈਂ ਪੰਜਾਬ ਆ ਗਈ ਤੇ ਹੁਣ ਕਰੀਬ 2 ਸਾਲਾਂ ਤੋਂ ਪਿੰਡਾਂ ਦੀਆਂ ਬੀਬੀਆਂ ਨਾਲ ਰਵਾਇਤੀ ਕਲਾ ਉੱਤੇ ਕੰਮ ਕਰ ਰਹੀ ਹੈ। ਜੈਤੋਂ ਦੇ ਪਿੰਡ ਜੈਤੋਂ ਤੋਂ ਨਾਲ ਹੀ ਪਿੰਡ ਹੈ ਜੀ ਕੋਟਲੀ ਅਬਲੂ, ਭਾਵੇਂ ਇਹ ਮੁਕਤਸਰ ਤੇ ਬਠਿੰਡੇ ਜ਼ਿਲ੍ਹੇ ਦੀ ਇਹ ਹੱਦ ਜੀ ਪੈਂਦੀ ਹੈ, ਵਿੱਚ ਫਰੀਦਕੋਟ ਵੀ ਆ ਜਾਂਦਾ ਹੈ। ਤੇ ਉੱਥੋਂ ਦੀਆਂ ਜਿਹੜੀਆਂ ਔਰਤਾਂ ਤੋਂ ਵੀ ਇਹ ਕੰਮ ਕਰਵਾਇਆ ਜਾਂਦਾ ਹੈ। ਚਰਖੇ ਬੰਦ ਹੋ ਗਏ ਨੇ। ਰੂੰ ਸੀ, ਕਿਉਂਕਿ ਰੂੰ ਅੱਜ ਕੱਲ੍ਹ ਨਰਮਾ ਤਾਂ ਬਹੁਤ ਫਿਰ ਵੀ ਹੋਣ ਲੱਗ ਪਿਆ, ਝੋਨਾ ਹੋ ਗਿਆ, ਪਰ ਕਪਾਹ ਬਹੁਤ ਘੱਟ ਬੀਜੀ ਜਾਣ ਲੱਗ ਪਈ। ਜ਼ਿੰਦਗੀ ਕਾਫੀ ਬਦਲ ਗਈ ਹੈ, ਪਰ ਫਿਰ ਵੀ ਦੇਸੀ ਤਰੀਕੇ ਦੇ ਨਾਲ ਇਹ ਕਲਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਵਾਇਤੀ ਕਲਾ ਤੇ ਗਿਆਨ ਨੂੰ ਅੱਗੇ ਵਧਾਉਣਾ ਵੀ ਇੱਕ ਸਕਿੱਲ ਹੈ ਤੇ ਇੱਕ ਤਰ੍ਹਾਂ ਦੀ ਜੀਵਨ ਸ਼ੈਲੀ ਵੀ ਹੈ। ਇਸ ਵਿੱਚ ਬੀਬੀਆਂ ਦਾ ਸਨਮਾਨ ਕਰਨਾ ਹੀ ਬਣਦਾ ਜਿਨ੍ਹਾਂ ਨੇ ਕਿਸੇ ਫੈਕਟਰੀ ਵਿੱਚ ਜਾਣਾ, ਨਾ 9 ਤੋਂ 5 ਸ਼ਿਫਟ ਕਰਨੀ ਹੈ। ਕਹਿੰਦੇ ਜਦੋਂ ਜੀ ਕੀਤਾ ਚਰਖਾ ਕੱਤ ਲਿਆ, ਜਦੋਂ ਨਾ ਜੀ ਕੀਤਾ ਤੇ ਨਾ ਕੱਤਿਆ। ਪਰ ਇੱਕ ਗੱਲ ਜ਼ਰੂਰ ਹੈ ਕਿ ਇਸ ਗੱਲ ਨਾਲ ਇੱਕ ਚੀਜ਼ ਸਾਹਮਣੇ ਆ ਰਹੀ ਹੈ ਕਿ ਇੱਕ ਭੈਣ ਸਾਡੀ ਬੀਬਾ ਉਹ ਫੁਲਕਾਰੀ ਜਿਹੜੀ ਹੈ ਜੀ, ਉਹ ਵੀ ਇੱਕ ਗੈਰ NGO ਦੇ ਤੌਰ ਤੇ ਚਲਾ ਰਹੀ ਹੈ, ਜਿਹੜੀ ਬੀਬੀਆਂ ਨੂੰ, ਕੁੜੀਆਂ ਨੂੰ ਫੁਲਕਾਰੀਆਂ ਜਿਹੜੀਆਂ ਪਿੰਡਾਂ ਦੇ ਵਿੱਚ
ਦਿੰਦੀ ਹੈ ਕੱਢਣ ਦੇ ਲਈ ਬਾਗ ਨੂੰ ਮੁਰਸਰਜੀਤ ਕਰ ਰਹੀ ਹੈ। ਬਾਗ ਨੂੰ ਜਿਹੜਾ ਹੈ ਨਗੰਦਨ ਦੀ ਕਲਾ ਜਿਹੜੀ ਹੈਗੀ ਆ ਕੱਢਣ ਦੀ ਕਲਾ ਬਿਲਕੁਲ ਖਤਮ ਹੋ ਚੁੱਕੀ ਹੈ। ਫੁਲਕਾਰੀਆਂ ਦੀ ਥੋੜ੍ਹੀ ਮੋਟੀ ਜਿਉਂਦੀ ਜਾਗਦੀ ਹੈ। ਸੋ ਸਾਡੀਆਂ ਪੁਰਾਣੀਆਂ ਕਲਾ ਕਿਰਤੀਆਂ ਨੂੰ ਜਿਹੜਾ ਮੁੜ ਸੁਰਜੀਤ ਕਰਨ ਦੀ ਲੋੜ ਹੈ। ਸੋ ਇਹ ਕੁਛ ਬੀਬੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਇਹ ਕੰਮਕਾਰ 'ਚ ਰੁੱਝੀਆਂ ਨੇ। ਸੋ ਆਪਾਂ ਇੱਕ ਸੁਨੇਹਾ ਲੈ ਲਈਏ। ਇਨ ਦਾ ਮੀਨ ਟਾਈਮ ਮੈਂ ਫੋਨ ਕਾਲ ਢਿੱਲੋਂ ਸਾਹਿਬ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦਾ ਜੀ। ਤੇ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਜੀ ਬਠਿੰਡਾ ਸਟੂਡੀਓ ਤੋਂ। ਐਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਪੀਜੀਆਈ ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ। ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814232345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਜੀ ਆਪਾਂ ਹੁਣ ਪੰਜਾਬ ਵੱਲ ਰੁਕ ਕਰੀਏ ਤਾਂ ਢਿੱਲੋਂ ਸਾਹਿਬ ਸਭ ਤੋਂ ਵੱਡੀ ਚਰਚਾ ਇਸ ਵਕਤ ਰਾਮ ਰਹੀਮ ਨੂੰ ਜਿਹੜਾ ਨਾਮਜ਼ਦ ਕੀਤਾ ਹੈ। ਨਾਮਜ਼ਦ ਰਾਮ ਰਹੀਮ ਕੀਤਾ ਹੈ, ਤੜਫੇ ਹੋਰ ਲੋਕ ਬੈਠੇ ਨੇ। ਗੱਲਾਂ ਪੱਤਰਕਾਰਾਂ ਦਾ ਵੀ ਕੋਈ, ਮੈਨੂੰ ਮੀਡੀਆ ਦੀ ਵੀ ਜਿਹੜੀ ਸੋਚ ਜਿਹੜੀ ਉਹ ਬੜੀ ਟੇਢੀ ਜੀ ਨਜ਼ਰ ਆ ਰਹੀ ਹੈ ਵੀ ਪਹਿਲਾਂ ਕਿਉਂ ਨਹੀਂ, ਪਿੱਛੋਂ ਕਿਉਂ ਨਹੀਂ, ਅੱਗੇ ਕਿਉਂ ਨਹੀਂ। ਤੇ ਹਰ ਟੈਲੀਵਿਜ਼ਨ ਦੇ ਉੱਤੇ ਅਕਾਲੀ ਦਲ ਤੇ ਜਿਹੜੇ ਸਪੋਕਸਮੈਨ ਨੇ ਮੁੜ ਸੁਰਜੀਤ ਹੋਏ ਬੈਠੇ ਨੇ। ਹੈਲੋ। ਹਾਂਜੀ ਜੀ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਸ ਵੇਲੇ ਜਿਹੜੇ ਹੈਗੇ ਆ, ਕੋਈ ਪੰਜਾਬੀ ਦੀ ਕਹਾਵਤ ਆ, ਉਹ ਬਿਲਕੁਲ ਢੁਕਵੀਂ ਲੱਗਦੀ ਹੈ ਇੱਥੇ ਕਿ ਸੂਬੇ ਭੇਜ ਤੇ ਤਿੰਗੇ ਛਤਰਾ। ਜੀ। ਉਹ ਇਹ ਕਹਾਵਤ ਕਿਉਂ ਬਣੀ ਸੀ ਕਿ ਤਕਲੀਫ ਕਿਸੇ ਨੂੰ ਹੁੰਦੀ ਹੈ ਤੇ ਚੀਕਾਂ ਕੋਈ ਮਾਰਦਾ ਹੈ। ਹੁਣ ਵੱਡੀ ਗੱਲ ਇਹ ਹੈ ਕਿ ਜਿਹੜਾ ਟਾਰਗੇਟ ਹੈ ਉਹ ਇਸ ਵੇਲੇ ਸਾਹਮਣੇ ਆ ਗਿਆ ਕਿ ਕੌਣ ਬੰਦਾ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂ ਕਰਵਾਈ ਹੈ। ਸਿੱਧੀ ਪੱਧਰੀ ਗੱਲ ਹੈ ਕਿ ਕਲੇਸ਼ ਕਿੱਥੋਂ ਸ਼ੁਰੂ ਹੁੰਦਾ ਹੈ। ਕਲੇਸ਼ ਹੁੰਦਾ 2007 ਦੀਆਂ ਵਿਧਾਨ ਸਭਾ ਚੋਣਾਂ ਵੇਲੇ। ਜੀ। 2007 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਅਕਾਲੀ ਦਲ ਦੀ ਸਰਕਾਰ ਤਾਂ ਬਣ ਗਈ ਸੀ, ਪਰ ਮਾਲਵੇ 'ਚ ਅਕਾਲੀ ਦਲ ਨੂੰ ਬਹੁਤ ਭਿਆਨਕ ਮਾਰ ਪਈ ਸੀ ਔਰ ਕਾਂਗਰਸ ਪਾਰਟੀ ਨੂੰ ਜਿੱਤ ਹਾਸਲ ਹੋਈ ਸੀ। ਜੀ। ਉਸ ਵੇਲੇ ਡੇਰਾ ਸੱਚਾ ਸੌਦਾ ਵਾਲਿਆਂ ਨੇ ਵੋਟਾਂ ਪਾਈਆਂ ਸੀ ਕਾਂਗਰਸ ਪਾਰਟੀ, ਲਾਈਨਾਂ ਬੰਨ ਕੇ ਪਾਈਆਂ ਸੀ, ਪੋਲਿੰਗ ਲਾ ਕੇ ਪਾਈਆਂ ਸੀ। ਜੀ। ਅਕਾਲੀਆਂ ਨੂੰ ਇਹ ਗਰਮੀ ਸੀ ਕਿ ਇਹਨਾਂ ਨੇ ਜੀ ਸਾਡਾ ਤਾਂ ਬੜਾ ਨੁਕਸਾਨ ਕਰਤਾ। ਅਕਾਲੀਆਂ ਨੇ ਥੋੜਾ ਬਹੁਤ ਉਹਨਾਂ ਤੇ ਸਖਤੀ ਵੀ ਕੀਤੀ ਤੇ ਸਖਤੀ ਕਰਨ ਤੋਂ ਬਾਅਦ ਫਿਰ ਥੋੜਾ ਨੇੜਤਾ ਵੀ ਵਧਣੀ ਸ਼ੁਰੂ ਹੋ ਗਈ। ਜੀ। ਉਸੇ ਦੌਰ ਦੇ ਵਿੱਚ ਡੇਰਾ ਮੁਖੀ ਨੇ ਇੱਕ ਗਲਤੀ ਕਰ ਲਈ। ਗਲਤੀ ਉਹਨੇ ਇਹ ਕਰ ਲਈ ਕਿ ਜਿਵੇਂ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਸੀ 1699 ਦੀ ਵਿਸਾਖੀ ਨੂੰ। ਜੀ।
ਬਿਲਕੁਲ ਉਸੇ ਤਰ੍ਹਾਂ ਦੇ ਉੱਤੇ ਉਹਨੇ ਆਪਣੇ ਜਿਹੜਾ ਆਪਣਾ ਹੈਡਕੁਆਟਰ ਹੈ ਸਲਾਬਤਪੁਰੇ ਵਾਲਾ, ਜੀ ਜੀ ਜੀ, ਪੰਜਾਬ ਵਾਲਾ, ਇੱਥੇ ਆ ਕੇ ਪੰਜਾਬ ਵਾਲਾ, ਇੱਥੇ ਆ ਕੇ ਉਹਨੇ ਆਪਣੇ ਜਿਹੜੇ ਅਨੁਯਾਈ ਹੈ, ਜਿਹੜੇ ਉਹਦੇ ਚੇਲੇ ਵਾਲ ਕੇ ਉਹਨਾਂ ਨੂੰ ਰੂਹ ਅਫਜ਼ਾ ਪਿਆ ਕੇ ਜਮਾ ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰਨ ਕਰ, ਜੀ ਜੀ, ਉਹਨੇ ਇੱਕ ਢੰਗ ਦੇ ਨਾਲ ਉਹ ਜਾਮੇ ਇਨਸਾਨ ਛਕਾ ਕੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਬਰਾਬਰਤਾ ਕਰਨ ਦਾ ਯਤਨ ਕੀਤਾ। ਜੀ ਜੀ, ਚਲੋ ਇਹ ਗੱਲ ਅੰਦਰ ਖਾਤੇ ਰਹਿੰਦੀ ਤਾਂ ਰਹਿੰਦੀ। ਫਿਰ ਇਸ ਗੱਲ ਨੂੰ ਪ੍ਰਚਾਰਨ ਤੇ ਪ੍ਰਸਾਰਨ ਵਾਸਤੇ 2 ਲੀਡਿੰਗ ਅਖਬਾਰ ਹੈ ਜਿਹੜੇ ਇਸ ਖਿੱਤੇ ਦੇ, ਉਹਨਾਂ ਦੇ ਵਿੱਚ ਇਸ਼ਤਿਹਾਰ ਪੂਰੇ ਦਿੱਤੇ ਗਏ ਜੀ, ਸਾਰਿਆਂ ਨੂੰ ਪ੍ਰੈਸ ਨੋਟ ਜਾਰੀ ਕੀਤੇ ਗਏ। ਨਹੀਂ, ਜਿਹੜੇ 2 ਫੁੱਲ ਪੇਜ ਦੇ ਇਸ਼ਤਿਹਾਰ ਦਿੱਤੇ ਆ ਉਹ 2 ਅਖਬਾਰਾਂ ਨੂੰ ਦਿੱਤੇ ਆ। ਅੱਛਾ ਜੀ। ਇੱਕ ਅੰਗਰੇਜ਼ੀ ਦਾ ਹਿੰਦੁਸਤਾਨ ਟਾਈਮਜ਼ ਹੈ ਤੇ ਪੰਜਾਬੀ ਦਾ ਸੀ ਅਜੀਤ। ਅੱਛਾ ਜੀ। ਪੰਜਾਬ ਦੀ ਆਵਾਜ਼। ਇਹਨਾਂ ਦੋਨਾਂ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਇੱਕ ਕਿਸਮ ਦਾ ਇਹ ਕਿਹਾ, ਮਤਲਬ ਚੜਾਇਆ, ਖਾਲਸਾ ਪੰਥ ਨੂੰ ਚੜਾਇਆ ਵੀ ਕਰ ਲੋ ਜਿਹੜਾ ਕੁਝ ਕਰਨਾ, ਮੈਂ ਗੁਰੂ ਗੋਬਿੰਦ ਸਿੰਘ ਦਾ। ਹਾਂ ਦੱਸੋ। ਇਹ ਉਹਨੇ ਜਿਹੜੀ ਇਹ ਗੱਲ ਕੀਤੀ, ਇਹਦਾ ਪ੍ਰੋਟੈਸਟ ਹੋਣਾ ਸੀ, ਹੋਇਆ, ਸਿੱਖ ਪੰਥ ਦੇ ਵਿੱਚ ਇਹਦਾ ਵਿਰੋਧ ਹੋਇਆ ਜੀ। ਬਠਿੰਡੇ ਦੇ ਵਿੱਚੋਂ ਸਿੱਖ ਸੰਗਤਾਂ ਨੇ ਇਹਦੇ ਖਿਲਾਫ ਇੱਕ ਮੈਮੋਰੰਡਮ ਦੇਣ ਵਾਸਤੇ ਡਿਪਟੀ ਕਮਿਸ਼ਨਰ ਦੇ ਆਉਣਾ ਸ਼ੁਰੂ ਕਰਤਾ ਜੀ। ਚੱਲੇ ਕਿੱਥੋਂ? ਉਹ ਚੱਲੇ ਸਿੰਘ ਸਭਾ ਗੁਰਦੁਆਰੇ ਚੋਂ। ਹਾਂਜੀ। ਔਰ ਆ ਕੇ ਪ੍ਰੇਮੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਜੀ। ਇੱਥੇ ਉਹ ਆਪਸ ਵਿੱਚ ਜਫੋ-ਜਫੀ ਹੋ ਗਏ। ਜਫੋ-ਜਫੀ ਹੋਣ ਤੋਂ ਬਾਅਦ ਫਿਰ ਪ੍ਰੇਮੀਆਂ ਨੇ ਬਠਿੰਡੇ ਦਾ ਜਿਹੜਾ ਸਰਕਟ ਹਾਊਸ ਵਾਲਾ ਚੌਕ ਹੈ, ਇੱਥੇ ਇੱਕ ਪੱਕਾ ਮੋਰਚਾ ਲਾਇਆ। ਪੱਕਾ ਮੋਰਚਾ ਲਾ ਕੇ ਗੱਡੀਆਂ ਦੀ ਭੰਨ-ਤੋੜ ਵੀ ਕੀਤੀ ਤੇ ਮੀਡੀਆ ਤੇ ਵੀ ਹਮਲੇ ਕੀਤੇ ਸੀ, ਤੁਹਾਡੇ ਯਾਦ ਹੋਏ ਜੀ। ਉਦੋਂ ਆਪਣੇ ਕੁਝ ਮੁੰਡਿਆਂ ਦੇ ਸੱਟਾਂ ਵੀ ਵੱਜ ਗਈਆਂ ਸੀ। ਉੱਥੋਂ ਗੱਲ ਸ਼ੁਰੂ ਹੁੰਦੀ ਹੈ ਤੇ ਫਿਰ ਇੱਕ ਖੁੱਲਾ ਪਰਚਾ ਦਰਜ ਹੋਇਆ। 3000 ਪ੍ਰੇਮੀਆਂ ਦਾ ਨਾਂ ਪਾ ਕੇ ਪੁਲਿਸ ਚੱਕ ਲੈਂਦੀ ਤੇ ਆਹ ਕਰਦੀ ਪਰਚਾ ਵੀ ਦਰਜ ਹੋ ਗਿਆ ਜੀ ਜੀ। ਰਾਮ ਰਹੀਮ ਦੇ ਖਿਲਾਫ ਵੀ ਪਰਚਾ ਦਰਜ ਹੋ ਗਿਆ, ਗੁਰੂ ਗੋਬਿੰਦ ਸਿੰਘ ਦਾ ਭੇਖ ਧਾਰਨ ਦਾ, ਬਾਗ ਰਚਾਉਣ ਦਾ, ਤੇ ਨਾਲ ਦੀ ਨਾਲ 3000 ਪ੍ਰੇਮੀਆਂ ਤੇ ਹੋਰ ਹੋ ਜੀ। ਜਦੋਂ ਇਹ ਪਰਚਾ ਹੋ ਗਿਆ, ਉਸ ਪਰਚੇ ਨੂੰ ਰੱਦ ਕਰਵਾਉਣ ਵਾਸਤੇ ਰਾਮ ਰਹੀਮ ਜਾਂਦਾ ਸੁਪਰੀਮ ਹਾਈ ਕੋਰਟ। ਹਾਈ ਕੋਰਟ ਰਾਮ ਰਹੀਮ ਨੇ ਜਾ ਕੇ ਐਪਲੀਕੇਸ਼ਨ ਪਾਤੀ ਜੀ ਕਿ ਜੀ ਮੇਰੇ ਤੇ ਪੇਪਰ ਆਪਣਾ FIR ਨਜਾਇਜ਼ ਦਰਜ ਹੋਈ ਹੈ। ਉਹਦੇ ਤੇ SSP ਬਠਿੰਡਾ ਉਦੋਂ ਨੌ ਨਿਹਾਲ ਸਿੰਘ ਹੁੰਦੇ ਸੀ ਜੀ ਜੀ। ਨੌ ਨਿਹਾਲ ਸਿੰਘ ਤੋਂ ਜਵਾਬ ਮੰਗਿਆ ਤੇ ਨੌ ਨਿਹਾਲ ਸਿੰਘ ਨੇ ਇੱਕ ਹਲਫੀਆ ਬਿਆਨ ਲਾਇਆ। ਉਹਨੇ ਹਲਫੀਆ ਬਿਆਨ ਲਾ ਕੇ ਕਿਹਾ ਜੀ ਸਫਾ ਮਿਸਲ ਦੇ ਉੱਤੇ ਪੂਰੇ ਸਬੂਤ ਹੈ, ਇਹਦੇ ਖਿਲਾਫ ਕੇਸ ਬਣਦਾ, ਕਿਰਪਾ ਕਰਕੇ ਜੀ ਇਸ ਕੇਸ ਨੂੰ ਰੱਦ ਨਾ ਕੀਤਾ ਜਾਵੇ। ਤੇ ਮਾਣਯੋਗ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਦਰਖਾਸਤ ਰੱਦ ਕਰਤੀ ਔਰ ਕਹਿੰਦਾ ਕਿ ਕੇਸ ਤੇ ਚੱਲੂਗਾ। ਤੇ ਫਿਰ ਅੱਗੇ ਆ ਗਈਆਂ ਚੋਣਾਂ ਜੀ। ਉਸ ਤੋਂ ਬਾਅਦ ਤੁਹਾਨੂੰ ਚੋਣਾਂ ਦਾ ਪਤਾ ਲੱਗ ਗਿਆ। ਹਾਂਜੀ ਹਾਂਜੀ। ਇਹ ਵੀ ਗੱਲ SSP ਨੇ ਕਹੀ ਸੀ ਕਿ ਕੇਸ ਬਣਦਾ ਹੈ। ਉਸੇ SSP ਦੇ ਮਤਹਿਤ ਪੈਂਦੇ ਇੱਕ ਥਾਣੇ ਦੇ SHO ਨੇ ਆ ਕੇ ਐਪਲੀਕੇਸ਼ਨ ਦਿੱਤੀ ਜੁਡੀਸ਼ੀਅਲ ਮੈਜਿਸਟ੍ਰੇਟ ਕੋਲੇ ਕਿ ਜੀ ਸਾਡੇ ਕੋਲੇ ਕੋਈ ਸਬੂਤ ਹੈ ਨਹੀਂ, ਕੇਸ ਖਾਰਜ ਕਰ ਦਿਓ ਜੀ। ਚਲੋ ਕੁਝ ਸਿੱਖਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਆ ਕੇ ਕੰਟੈਸਟ ਕੀਤਾ, ਉਹ ਕੇਸ ਖਾਰਜ ਨਾ ਹੋਇਆ, ਕਿਤੇ ਮਗਰੋਂ ਜਾ ਕੇ ਖਾਰਜ ਹੋਇਆ ਜੀ। ਨੇੜਤਾ ਬਣ ਗਈ। ਨੇੜਤਾ ਬਣਨ ਤੋਂ ਬਾਅਦ ਫਿਰ ਡੇਰਾ ਮੁਖੀ ਥੋੜਾ ਜਿਹਾ ਖੁੱਲ ਖੇਡਿਆ। ਡੇਰਾ ਮੁਖੀ ਨੂੰ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਧਾਰਨ ਦੇ ਨਤੀਜੇ ਵਜੋਂ ਖਾਲਸਾ ਪੰਥ ਚ ਸ਼ੇਖਤਾ ਸੀ, ਉਹਦਾ ਹਰ ਤਰ੍ਹਾਂ ਦਾ ਬਾਈਕਾਟ ਹੋ ਗਿਆ ਸੀ ਜੀ ਜੀ। ਔਰ ਡੇਰਾ ਮੁਖੀ ਨੇ ਜਿਹੋ ਜਿਹਾ ਫਿਰ ਤੌਰ ਤਰੀਕੇ ਅਪਣਾਏ, ਉਹ ਫਿਲਮਾਂ ਵੀ ਬਣਾਉਣ ਲੱਗ ਗਿਆ, ਰਾਂਗੇ ਵੀ ਮਾਰਨ ਲੱਗ ਗਿਆ, ਬਹੁਤ ਕੁਝ ਕਰਨ ਲੱਗ ਪਿਆ ਸੀ। ਉਹ ਬਹੁਤ ਕੁਝ ਕਰਨ ਲੱਗ ਗਿਆ। ਜਦ ਫਿਲਮਾਂ ਬਣਾਉਣ ਲੱਗ ਗਿਆ ਫਿਰ ਉਹਨੇ MST 1 ਬਣਾਈ ਤੇ MST 2 ਬਣਾ ਲਈ। ਜਦੋਂ ਨੇੜਤਾ ਹੋ ਗਈ ਉਹ ਕਹਿੰਦਾ ਜੀ ਮੇਰੀ MST 2 ਚਲਾਓ ਜੀ। MST 2 ਦਾ ਸੰਗਦਾ ਕਰਦੀਆਂ ਸੀ, ਵਿਰੋਧ ਕਿ ਚੱਲਣ ਨਹੀਂ ਦੇਣਾ ਕਿਉਂਕਿ ਬੰਦਾ ਪੰਥ ਚ ਛੇਕਿਆ ਹੋਇਆ। ਫਿਰ ਆ ਗਿਆ ਕਿ ਇਸ ਬੰਦੇ ਨੂੰ ਪੰਥ ਦੇ ਵਿੱਚੋਂ ਇਹਦੀ ਜਿਹੜੀ ਛੇਕਿਆ ਹੋਇਆ, ਇਹਦੀ ਛੇਕ ਜਿਹੜੀ ਉਹ ਆਰਡਰ ਹੈ ਉਹ ਖਤਮ ਕੀਤੇ ਜਾਵੇ। ਅੱਛਾ। ਉਹਦੇ ਵਾਸਤੇ ਤੁਹਾਨੂੰ ਪਤਾ ਅਖਬਾਰਾਂ 'ਚ ਵੀ ਗੱਲਾਂ ਆਈਆਂ। ਭਾਈ ਗੁਰਮੁਖ ਸਿੰਘ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਸੀ, YouTube ਤੇ ਅੱਜ ਵੀ ਉਹਨਾਂ ਦੀਆਂ ਪਈਆਂ ਆਡੀਓ ਪਈਆਂ, ਜਿਹਦੇ ਵਿੱਚੋਂ ਕਹਿੰਦੇ ਕਿ ਸਾਨੂੰ ਸਾਰੇ ਸਿੰਘ ਸਾਹਿਬਾਨਾਂ ਨੂੰ, ਪੰਜਾਬ ਵਾਲਿਆਂ ਨੂੰ ਤਿੰਨਾਂ ਨੂੰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਜੀ ਜੀ ਔਰ ਤਖਤ ਦਮਦਮਾ ਸਾਹਿਬ ਦੇ ਐਕਟਿੰਗ ਜਥੇਦਾਰ ਨੂੰ, ਤਿੰਨਾਂ ਨੂੰ ਬੁਲਾਇਆ ਗਿਆ ਚੰਡੀਗੜ੍ਹ। ਚੰਡੀਗੜ੍ਹ ਬੁਲਾਇਆ ਕਿੱਥੇ? CM ਦੀ ਰੈਜ਼ੀਡੈਂਸ। ਹੁਣ ਸਵਾਲ ਹੈ ਕਿ ਜਿਹਨੂੰ ਅਸੀਂ ਕਹਿੰਦੇ ਅਕਾਲ ਤਖਤ ਜੀ, ਅਕਾਲ ਪੁਰਖ ਦਾ ਤਖਤ ਦਾ ਜਿਹੜਾ ਜਥੇਦਾਰ ਹੈ, ਜਿਹੜਾ ਉਹਦਾ ਸੇਵਾਦਾਰ ਹੈ, ਉਹਨੂੰ ਦੁਨਿਆਵੀ ਤਖਤ ਦਾ ਜਿਹੜਾ ਹੈਗਾ ਬਾਦਸ਼ਾਹ ਉਹ ਬੁਲਾ ਰਿਹਾ। ਉਹ ਕਹਿੰਦਾ ਮੇਰੇ ਆ ਜਾ ਤੇ ਉਹ ਜਾਂਦੇ ਹੈ ਜੀ, ਹਾਜ਼ਰ ਹੋ। ਸਿੱਖੀ ਦੀ ਸਾਡੀ ਜਿਹੜੀ ਸਿੱਖੀ ਦੀ ਆਨ ਸ਼ਾਨ ਕਿਉਂ ਡਾਊਨ ਹੋ ਰਹੀ ਹੈ? ਜਦੋਂ ਅਸੀਂ ਗੁਰੂ ਹਰਗੋਬਿੰਦ ਜੀ ਦੇ ਸਥਾਨ ਦੇ ਸੇਵਾਦਾਰ ਨੂੰ ਇਸ ਤਰ੍ਹਾਂ ਬੁਲਾਵਾਂਗੇ ਤੇ ਸੱਚਖੰਡ ਨੂੰ ਇਸ ਤਰ੍ਹਾਂ ਬੁਲਾਵਾਂਗੇ ਤੇ ਫਿਰ ਇਹ ਹਾਲਤ ਹੋਣੀ ਬਿਲਕੁਲ ਜੀ। ਇਹ ਗਿਆਨੀ ਗੁਰਮੁਖ ਸਿੰਘ ਹੋਣੀ ਕਹਿੰਦੇ ਕਿ ਮੈਂ ਉਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਬੇਨਤੀ ਕੀਤੀ ਸੀ ਕਿ ਸ਼੍ਰੀਮਾਨ ਜੀ ਹੁਕਮ ਜੋ ਮਰਜ਼ੀ ਦੇ ਦਿਓ, ਅਹਿਲਕਾਰਾਂ ਰਾਹੀਂ ਭੇਜ ਦਿਓ, ਸਾਨੂੰ ਜਲੀਲ ਨਾ ਕਰੋ, ਸਾਨੂੰ ਇਸ ਤਰ੍ਹਾਂ ਕੰਮ ਨਾ ਕਰੋ, ਸਾਨੂੰ ਸੱਦਿਆ ਨਾ ਕਰੋ ਇਸ ਤਰ੍ਹਾਂ। ਤੇ ਉਹ ਕਹਿੰਦੇ ਵੀ ਉਦੋਂ ਫਿਰ ਉਹਨਾਂ ਨੇ ਸੁਖਬੀਰ ਸਿੰਘ ਨੂੰ ਕਹਿਤਾ ਕਾਕਾ ਫਿਰ ਜਿਹੜੇ ਕੰਮ ਵਾਸਤੇ ਬੁਲਾਏ ਆ ਤੂੰ ਇਹਨਾਂ ਨੂੰ ਦੱਸ ਦੇ। ਕਾਕਾ ਜੀ ਨੇ ਕਹਿੰਦੇ ਇਹਨਾਂ ਨੂੰ ਚਿੱਠੀ ਫੜਾਤੀ, ਆ ਲਓ ਚਿੱਠੀ ਜੀ ਤੇ ਮਾਫ ਕਰ ਦਿਓ ਜੀ। ਉਹਦੇ ਤੇ ਸਪਸ਼ਟੀਕਰਨ ਆ ਗਿਆ
ਉਹ ਲਿਜਾ ਕੇ ਫਿਰ ਜਿਸ ਢੰਗ ਦੇ ਨਾਲ ਉਹਨੂੰ ਮਾਫੀ ਦਿੱਤੀ ਗਈ ਹੈ ਤੇ ਉਹਦਾ ਮਾਫੀ ਦਾ ਵਿਰੋਧ ਹੋਇਆ ਜੀ ਜੀ, ਤੇ ਫਿਰ ਉਸ ਵਿਰੋਧ ਦੇ ਵਜੋਂ ਇਹ ਹੋਇਆ ਕਿ ਸਿੰਘ ਸਾਹਿਬਾਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸਰਬੱਤ ਖਾਲਸਾ ਕਿਉਂ ਨਾ ਬੁਲਾਇਆ ਜਾਵੇ? ਸਰਬੱਤ ਖਾਲਸਾ ਤੇ ਆਪਾਂ ਗਏ ਆ, ਦੋਨੋਂ ਗਏ। ਬਿਲਕੁਲ ਜੀ, ਬਿਲਕੁਲ ਗਏ ਉੱਥੇ। ਜਿੱਦਣ ਸਰਬੱਤ ਖਾਲਸਾ ਵਾਲੀ ਇਹ ਮੀਟਿੰਗ ਹੋਈ ਹੈ ਲੁਧਿਆਣੇ ਜੀ, ਉਸੇ ਦਿਨ ਹੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਿਹੜੀ ਹੈ ਉਹ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰੂ ਘਰ ਤੋਂ ਚੋਰੀ ਹੁੰਦੀ ਹੈ ਜੀ। ਉਹ ਚੋਰੀ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਉੱਤੇ ਉਂਗਲਾਂ ਉਠਾਈਆਂ ਸੀ ਉਸ ਵੇਲੇ ਦੇ ਜਿਹੜੇ ਪੀੜਤ ਸਿੱਖ ਭਾਈਚਾਰਾ ਸੀ ਕਿ ਇਹਨਾਂ ਲੋਕਾਂ ਨੇ ਆਹ ਕਾਰਵਾਈ ਕੀਤੀ ਹੈ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਬਣਨਾ ਚਾਹੀਦਾ ਸੀ, ਉਹ ਐਕਸ਼ਨ ਨਹੀਂ ਬਣਿਆ। ਬਣਿਆ ਕਿਉਂ ਨਹੀਂ? ਕਿਉਂਕਿ ਹੁਣ ਜਿਵੇਂ ਕੁਝ ਪੱਤਰਕਾਰ ਹੈ, ਕੁਝ ਲੀਡਰ ਹੈ, ਉਹਨਾਂ ਦੇ ਬੜਾ ਦਰਦ ਹੁੰਦਾ ਹੈ, ਬਹੁਤ ਪੀੜ ਹੋਈ ਜਾਂਦੀ ਉਹਨਾਂ ਦੀ ਪੀੜ ਹੋ ਜਾਂਦੀ ਹੈ ਜੀ। ਤਾਂ ਬਹੁਤ ਮਾੜੀ ਗੱਲ ਕੀਤੀ ਹੈ ਜੀ, ਇਹਦਾ ਦਾ ਕੇਸ ਤਾਂ ਬਣਨਾ ਕੱਖ ਨਹੀਂ ਜੀ, ਤਾਂ ਅਸਲੀ ਨਿਕਲ ਜਾਣਗੇ ਜੀ, ਫਲਾਣਾ ਬਣ ਜਾਏ, ਤਿੰਕਾ ਨਿਕਲ ਜਾਣ, ਕੁਝ ਵੀ ਹੈ। ਇਹਨਾਂ ਲੋਕਾਂ ਨੂੰ ਇਹਦਾ ਪਤਾ ਲੱਗ ਗਿਆ ਨਾ ਕਿ ਦੋਸ਼ੀ ਕੌਣ ਹੈ। ਹਾਂ, ਸਮਾਜਿਕ ਤੌਰ ਤੇ ਤਾਂ ਪਤਾ ਲੱਗ ਗਿਆ ਨਾ ਵੀ ਅਸਲ ਕਹਾਣੀ ਕੀ ਹੈ, ਅਦਾਲਤਾਂ 'ਚੋਂ ਬਰੀ ਹੁੰਦੇ ਆ ਨਾ ਹੁਣ। ਮੈਂ ਵਾਇਲੈਂਸ ਦੇ ਹੱਕ 'ਚ ਨਹੀਂ ਕੀਤਾ। ਪੁੱਲਾ ਦੇ ਖਿਲਾਫ ਕਿਹੜਾ ਕੇਸ ਰਜਿਸਟਰ ਕਰਕੇ ਉਹਨੂੰ ਕਿਹਨੇ ਫਾਹੇ ਦਿੱਤਾ ਸੀ? ਇੱਕ ਟਾਈਮ ਆ ਗਿਆ ਜਦੋਂ ਆਪਣੇ ਆਪ ਹੀ ਹਾਲਾਤ ਇਹੋ ਜਿਹੇ ਬਣ ਗਏ ਜੀ। ਇਹ ਤਾਂ ਘੱਟੋ ਘੱਟ ਕਿਹੜਾ ਬੰਦੇ ਦੀ ਸ਼ਨਾਖਤ ਤਾਂ ਹੋਵੇ ਨਾ ਵੀ ਬੰਦਾ ਕੌਣ ਸੀ। ਬਿਲਕੁਲ ਲੋਕਾਂ ਨੂੰ ਇਹਦਾ ਪਤਾ ਲੱਗੇ ਸਾਡਾ ਦੁਸ਼ਮਣ ਕੌਣ ਹੈ, ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਕੌਣ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਦੀ ਬੇਅਦਬੀ ਕੀਤੀ ਹੈ। ਸਾਰੀਆਂ ਗੱਲਾਂ ਜਿਹੜੀਆਂ ਆ ਗਈਆਂ। ਹੁਣ ਤੁਸੀਂ ਦੇਖੋ ਕਿ ਜਿਹੜੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ, ਜਿਹੜੀ SIT ਦੀ ਰਿਪੋਰਟ ਹੈ ਜੀ, ਉਹਦੇ ਵਿੱਚ ਆ ਗਿਆ ਜਦੋਂ ਚਰਨਜੀਤ ਸਿੰਘ ਸ਼ਰਮਾ ਨੂੰ ਕੀਤਾ, ਜਿਹੜਾ SSP ਹੁੰਦਾ ਸੀ ਉਸ ਵੇਲੇ ਦਾ, ਉਹਨੂੰ ਪੁੱਛਿਆ ਵੀ ਜਦੋਂ ਇਹ ਤੁਹਾਡੇ ਕੋਲੇ ਗੱਲਾਂ ਆ ਗਈਆਂ ਸੀ ਸਾਰੀਆਂ, ਤੁਹਾਨੂੰ ਕਿਹਾ ਸੀ ਕਿ ਇਹਨਾਂ ਬੰਦਿਆਂ ਨੂੰ ਫੜ ਕੇ ਇੰਟਰੋਗੇਟ ਕਰੋ, ਕਿਉਂ ਨਹੀਂ ਕੀਤਾ? ਤੇ ਉਹਦਾ ਕਹਿਣਾ ਪਤਾ ਕੀ ਹੈ ਕਿ ਉੱਪਰਲਾ ਦਬਾਅ ਸੀ। ਉੱਪਰਲਾ ਦਬਾਅ ਹੁਣ ਕਿਹਦਾ ਸੀ ਇਹ ਦੇਖਣ ਵਾਲੀ ਗੱਲ ਆ। ਹੁਣ ਜਿਹੜੇ ਪੱਤਰਕਾਰ ਹੈ ਜਾਂ ਜਿਹੜੇ ਲੀਡਰ ਹੈ, ਜਿਹੜੇ ਹੁਣ ਇਹ ਕਹਿੰਦੇ ਆ ਜੀ ਨੁਕਸਾਨ ਬਹੁਤ ਹੋ ਗਿਆ, ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਹ ਹੁਣ ਹੋਣਾ ਚਾਹੀਦਾ ਸੀ, ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਜੀ ਜੀ। ਪਰ ਪਹਿਲਾਂ ਹੋਇਆ ਕਿਉਂ ਨਹੀਂ ਹੋਇਆ? ਇਹ ਵੀ ਤਾਂ ਚਰਚਾ ਦੀ ਇਹ ਵੀ ਹੋਇਆ ਕਿਉਂ ਨਹੀਂ? ਵਿਧਾਨ ਸਭਾ ਦੇ ਵਿੱਚੋਂ ਜੀ ਕਿ ਕਦੇ ਰੈਜੂਲੇਸ਼ਨ ਪਾਸ ਹੋ ਜਾਂਦਾ ਜੀ। ਰੈਜੂਲੇਸ਼ਨ ਕਿਉਂ ਪਾਸ ਹੋਇਆ? CBI ਦਾ ਤਾਂ ਮੈਂ ਕੱਲ ਇੱਕ ਆਪਣੇ ਚੈਨਲ ਦੇ ਉੱਤੇ ਵੀ ਇੱਕ ਪੱਤਰਕਾਰ ਸਾਹਿਬ ਕਹਿ ਰਹੇ ਸੀ ਜੀ, CBI ਦੀ ਕਲੋਜ਼ਰ ਰਿਪੋਰਟ ਦਾ ਸਵਾਗਤ ਕੀਤਾ। ਕਿਹਨੇ ਕੀਤਾ? ਸਵਾਗਤ ਤਾਂ ਹੋਇਆ ਹੀ ਨਹੀਂ ਉਹਦਾ। ਕਿਸੇ ਨੇ ਵੀ ਨਹੀਂ ਕਿਹਾ ਵੀ ਹਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ। ਸਵਾਗਤ ਉਹਦਾ ਸੱਚੇ ਸੌਦੇ ਵਾਲਿਆਂ ਨੇ ਜ਼ਰੂਰ ਕਿਹਾ ਸੀ, ਲੇਕਿਨ ਉਸ ਕਲੋਜ਼ਰ ਰਿਪੋਰਟ ਦਾ ਵਿਰੋਧ ਹੋਇਆ ਜੀ ਕਿ ਕਲੋਜ਼ਰ ਰਿਪੋਰਟ ਇੱਕ ਗਲਤ ਕੀਤੀ ਗਈ ਹੈ। ਕਲੋਜ਼ਰ ਰਿਪੋਰਟ ਦੇ ਉਲਟ ਜਿਹੜੀ ਪਹਿਲਾਂ ਹਾਈ ਕੋਰਟ ਦੀ ਜੱਜਮੈਂਟ ਸੀ ਉਹ ਪੇਸ਼ ਕੀਤੀ ਗਈ ਜੀ। ਹਾਈ ਕੋਰਟ ਨੇ ਤੇ ਕਿਹਾ ਇਹਨਾਂ ਨੂੰ ਕਿ ਜੀ ਇਹ ਜਿਹੜਾ ਹੈਗਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਠੀਕ ਹੈ, ਸਾਰਾ ਕੁਝ ਸਾਰਾ ਠੀਕ ਹੈ। ਉਹ ਤੋਂ ਬਾਅਦ ਉਹ SLP ਚਾਹੁੰਦੇ, SLP ਵੀ ਉਹਨਾਂ ਦੀ ਖਾਰਜ ਹੋ ਗਈ ਜੀ। ਦੁਬਾਰਾ ਫਿਰ ਉਹ ਜਿਹੜਾ ਹੈਗਾ ਇਨਕੁਆਇਰੀ ਆਪਣੇ ਪੱਧਰ ਤੇ ਸ਼ੁਰੂ ਕਰਦੇ ਜੀ। ਟਾਈਮ ਜਿਹੜਾ ਹੈਗਾ 2.5-3 ਸਾਲ ਤਾਂ ਉਹਨਾਂ ਨੇ ਇਸੇ ਗੱਲ ਦੇ ਵਿੱਚ ਹੀ ਕੱਢਦੇ। ਹੁਣ ਇਹ ਗੱਲ ਆ ਗਈ ਇਸ ਵੇਲੇ ਆ ਕੇ ਕਿ ਜਦੋਂ ਉਹਨਾਂ ਦੇ ਕੋਲੇ ਸਾਰਾ ਮਾਲ ਮੱਤਾ ਪਿਆ ਸੀ, ਇਹ ਦੇਖੋ ਕੱਲ ਚਲਾਨ ਪੇਸ਼ ਹੋ ਗਿਆ। ਹਾਂਜੀ, ਕੱਲ ਹੀ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਜਾਂਦਾ ਤੇ ਕੱਲ ਹੀ ਚਲਾਨ ਪੇਸ਼ ਹੋ ਗਿਆ ਜੀ। ਅਸਲ ਦੇ ਵਿੱਚ ਸਾਰਾ ਪ੍ਰਬੰਧ ਤਾਂ ਪਹਿਲਾਂ ਹੀ ਕੀਤਾ ਹੋਇਆ ਸੀਗਾ। ਕਾਨੂੰਨੀ ਡਿੱਕੇ ਲੱਗਦੇ ਸੀ। ਮੈਂ ਨਹੀਂ ਕਹਿੰਦਾ ਕਿ ਇਹਨੂੰ ਕੋਈ ਫਾਹਾ ਲੱਗ ਜੂਗਾ ਡੇਰਾ ਮੁਖੀ ਨੂੰ, ਲੇਕਿਨ ਇੱਕ ਗੱਲ ਤਾਂ ਸਪਸ਼ਟ ਹੈ ਨਾ ਕਿ ਲੋਕਾਂ ਨੂੰ ਇਹ ਪਤਾ ਲੱਗਿਆ ਬੰਦਾ ਕੌਣ ਹੈ, ਕਿਉਂਕਿ ਭਾਰਤ ਦੇ ਵਿੱਚ ਇਨਸਾਫ ਨਹੀਂ ਹੁੰਦਾ। ਦੇਖੋ ਢਿੱਲੋਂ ਸਾਹਿਬ, ਫੈਸਲੇ ਹੁੰਦੇ ਆ। ਮੈਂ ਤੁਹਾਡੀ ਗੱਲ ਨਾਲ 200% ਸਹਿਮਤ ਹਾਂ ਕਿ ਆਪਾਂ ਨੂੰ ਪਤਾ ਹੁੰਦਾ ਕਿ ਪਿੰਡ ਦੇ ਵਿੱਚ ਕਤਲ ਕਿਹਨੇ ਕੀਤਾ, ਚੋਰੀ ਕਿਹਨੇ ਕਰਵਾਈ। ਆਪਾਂ ਨੂੰ ਵੀ ਪਤਾ ਵੀ ਪੱਠੇ ਚੋਰੀ ਕੌਣ ਕਰਾਉਂਦਾ ਕਿਸੇ ਦੇ। ਬਿਲਕੁਲ, ਪਰ ਸਬੂਤ ਨਹੀਂ ਹੁੰਦੇਗੇ। ਅਦਾਲਤਾਂ 'ਚੋਂ ਬਰੀ ਹੋ ਜਾਂਦੇ ਨੇ, ਅਦਾਲਤਾਂ ਦੇ ਵਿੱਚੋਂ ਤਾਂ ਕਿੰਨੇ ਕਤਲਾਂ ਦੇ ਬੰਦੇ ਬਰੀ ਹੋ ਜਾਂਦੇ ਨੇ। ਬਿਲਕੁਲ ਬਿਲਕੁਲ। ਪਰ ਪਿੰਡ 'ਚ ਤੇ ਸਮਾਜ ਤਾਂ ਪਤਾ ਹੁੰਦਾ ਫਲਾਨਾ ਬੰਦਾ ਕਾਤਲ ਹੈ ਤੇ ਕਾਤਲੀਆਂ ਦਾ ਟੱਬਰ ਵੱਜਣ ਲੱਗ ਪੈਂਦਾ। ਜਿਹੜੇ ਵਿਕਾਸ ਦੂਬੇ ਨੇ 8 ਪੁਲਿਸ ਵਾਲੇ ਵੱਡੇ ਹੈ, ਮਾਰੇ ਆ, ਗੋਲੀਆਂ ਮਾਰ ਕੇ ਮਾਰਿਆ ਕਾਨਪੁਰ। ਇੱਕ ਵਿਕਾਸ ਦੂਬੇ ਨੇ 2001 ਦੇ ਵਿੱਚ ਰਾਜ ਮੰਤਰੀ ਦਾ ਦਰਜਾ ਪ੍ਰਾਪਤ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਨੂੰ ਥਾਣੇ ਦੇ ਅੰਦਰ ਗੋਲੀਆਂ ਮਾਰੀਆਂ। ਦੱਸੋ। ਔਰ 25 ਗਵਾਹ ਦੇ 25 ਗਵਾਹਾਂ ਨੇ ਗਵਾਹਾਂ ਤੋਂ ਮੁੱਕਰ ਗਏ ਸੀ ਤੇ ਉਹ ਬਰੀ ਬੰਦਾ ਹੋ ਗਿਆ। ਹਾਂ, 2001 ਤੋਂ ਲੈ ਕੇ 20 ਸਾਲ ਤੱਕ ਕਦੇ ਵੀ ਕੋਈ ਗੈਂਗਸਟਰ ਅੱਤਵਾਦੀ ਦੀ ਉਮਰ ਜਿਹੜੀ ਹੈ 5-7 ਸਾਲ ਤੋਂ ਵੱਧ ਨਹੀਂ ਹੁੰਦੀ। ਲੇਕਿਨ ਉਹ 20 ਸਾਲ ਤੋਂ ਕਿਉਂ ਜਿਉਂਦਾ ਆ ਰਿਹਾ? ਕਿਉਂਕਿ ਉਹਦੇ ਖਿਲਾਫ ਸਬੂਤ ਜਿਹੜੇ ਹੈਗੇ ਪੈਦਾ ਨਹੀਂ ਕੀਤੇ ਗਏ, ਉਹ ਖਤਮ ਕਰ ਦਿੱਤੇ ਗਏ। ਸੋ ਇੱਥੇ ਘੱਟੋ ਘੱਟ ਇਹਦਾ ਪਤਾ ਲੱਗਦਾ ਨੇ ਕਿ ਦੋਸ਼ੀ ਕੌਣ ਹੈ ਜੀ। ਇਹ ਸਾਰੀ ਗੱਲ ਇਹਦੇ ਤੇ ਆਉਂਦੀ ਹੈ। ਸੋ ਹਾਲਾਤ ਕੀ ਹੈ? ਅਸੀਂ ਕੋਈ ਵਕਾਲਤ ਨਹੀਂ ਕਰਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ, ਲੇਕਿਨ ਜ਼ਰੂਰਤ ਤਾਂ ਕਿਸੇ ਨੇ ਕੀਤੀ ਹੈ ਨਾ। ਹਾਂ ਬਿਲਕੁਲ, ਇਹ ਤਾਂ ਕੀਤਾ, ਰਾਹ ਤਾਂ ਪਾਇਆ ਨਾ ਕੋਈ। ਰਾਹ ਤਾਂ ਪਾਇਆ ਕਿ ਰਾਹ ਤਾਂ ਕਰਤਾ ਨਾ ਵੀ ਭਾਈ ਦੋਸ਼ੀ ਆਇਆ ਹੈ ਔਰ ਇਹਦਾ ਨੁਕਸਾਨ ਵੀ ਝੱਲਣਾ ਪੈ ਸਕਦਾ। ਕਿਉਂਕਿ ਜਿਵੇਂ ਹੁਣ ਸਾਡੇ ਪੱਤਰਕਾਰ ਭਰਾਵਾਂ ਨੇ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਹੈ, ਇਹ ਕਹਿਣਾ ਸ਼ੁਰੂ ਕਰਤਾ ਜੀ ਇਹਦਾ ਗੱਲ ਬੜੀ ਮਾੜੀ ਹੋ ਗਈ ਜੀ, ਇਹ ਤਾਂ ਜੀ ਅਸਲ ਬੰਦੇ ਬਚ ਜਾਣਗੇ ਜੀ। ਮਤਲਬ ਗੱਲ
ਗੱਲ ਕਰਨੀ ਵੀ ਅਸਲ ਬਾਤ ਜਾਣਗੇ, ਅਸਲ ਦੋਸ਼ੀਆਂ ਤੱਕ ਨਹੀਂ ਜਾਣੀ, ਉਸ ਤਰੀਕੇ ਦੇ ਨਾਲ ਭੁਗਤਦੇ ਇਹਨਾਂ ਦੇ ਹੱਕ ਵਿੱਚ ਹੈ। ਜੀ ਜੀ ਇਹਦਾ ਨਤੀਜਾ ਕੀ ਹੋਊਗਾ ਕਿ ਆਉਣ ਵਾਲੀਆਂ ਇਲੈਕਸ਼ਨਾਂ ਤੱਕ ਇਹ ਵਾਤਾਵਰਨ ਵੀ ਪੈਦਾ ਕੀਤਾ ਜਾਊ ਹਿੰਦੂ ਭਾਈਚਾਰੇ ਦੇ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਜੀ ਇਹ ਤਾਂ ਜਿਹੜਾ ਹੈਗਾ ਜਿਹੜੇ ਸਿੱਖ ਮਿਲੀਟੈਂਟ ਹੈ ਹਾਂਜੀ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ। ਇਹਦਾ ਖਮਿਆਜਾ ਵੀ ਭੁਗਤਣਾ ਪੈ ਸਕਦਾ, ਕੋਈ ਜ਼ਰੂਰੀ ਨਹੀਂ ਕਿ ਇਹਦਾ ਹੱਕ, ਪਰ ਗੱਲ ਤਾਂ ਇਹ ਵੀ ਹਕੀਕਤ ਤਾਂ ਪਤਾ ਲੱਗੇ ਨਾ ਕਿ ਬੇਅਦਬੀ ਕਰਵਾਈ ਕਿਹਨੇ ਔਰ ਜਿਹੜੇ ਪਤਾ ਲੱਗਣ ਦੇ ਬਾਵਜੂਦ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਕਿਹਨੇ, ਇਹ ਚੀਜ਼ ਐਕਸਪੋਜ਼ ਹੋਣੀ ਚਾਹੀਦੀ ਸੀ ਜੋ ਐਕਸਪੋਜ਼ ਹੋ ਗਈ। ਜੀ 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 ਸੋ ਚਲੋ ਦੇਖਦੇ ਹਾਂ ਹੁਣ ਕਹਾਂ ਵਾਕਿਆ ਤੁਹਾਡੀ ਗੱਲ ਸਹੀ ਕਿ ਗੱਲ ਤਾਂ ਇੱਕ ਚੀਜ਼ ਤਾਂ ਪਤਾ ਲੱਗ ਗਈ ਨਾ ਰਾਹ ਕਿੱਧਰ ਨੂੰ ਹੈ, ਕਿਹੜੀ ਚੀਜ਼ ਹੈ। ਜੋ ਸੰਗਤਾਂ ਦਾ ਪਹਿਲੇ ਦਿਨ ਤੋਂ ਇੱਕ ਸ਼ੰਕਾ ਸੀਗੀ ਕਿਵੇਂ ਇਸ ਚੀਜ਼ ਨੂੰ ਦਬਾਇਆ ਗਿਆ। ਆਪਾਂ ਬਠਿੰਡੇ ਦੇਖੇ ਕਿ ਕਿਸਾਨ ਆਪਦੀਆਂ ਮੰਗਾਂ ਲਈ ਆਉਂਦੇ ਆ, ਉਹ ਵੀ ਗੱਡੀ ਦੀ ਲੀਹ ਤੇ ਬਹਿੰਦੇ ਤੇ ਇਹ ਵੀ ਗੱਡੀ ਦੀ ਲੀਹ ਤੇ ਬਹਿੰਦੇ ਨੇ ਤੇ ਇਹਨਾਂ ਨੂੰ ਉਠਾਇਆ ਨਹੀਂ ਜਾਂਦਾ ਤੇ ਉਹਨਾਂ ਨਾਲ ਕੀਤਾ ਕੀ ਕੁਛ, ਉਹਨਾਂ ਨੂੰ ਕੁੱਟਿਆ ਜਾਂਦਾ, ਉਹਨਾਂ ਦੇ ਉੱਤੇ ਪਰਚੇ ਬਣਾਏ ਜਾਂਦੇ ਆ, ਪੋਲੀਟੀਕਲ ਬੰਦਿਆਂ ਤੇ ਪਰਚੇ ਬਣਾਏ ਜਾਂਦੇ ਆ। ਮੈਨੂੰ ਇਹ ਦੱਸੋ ਵੀ ਜਿੰਨਾ ਪ੍ਰੇਮੀਆਂ ਨੇ ਉਦੋਂ ਰੇਲਾਂ ਰੋਕੀਆਂ ਸੀ ਕਿ MSC 2 ਨਹੀਂ ਚੱਲਣ ਦਿੰਦੇ, ਉਹਨਾਂ ਤੇ FIR ਹੋਈ ਹੈ ਕਿਸੇ ਤੇ? ਨਾ, ਕਿਸੇ ਨੂੰ ਫੜ ਕੇ ਗ੍ਰਿਫਤਾਰ ਕੀਤਾ, ਕਿਸੇ ਤੇ ਡਾਂਗ ਫੇਰੀ ਆ? ਸਗੋਂ ਪੁਲਿਸ ਉਹਨਾਂ ਦੇ ਪਾਸੇ ਲਾਤੀ ਸੀ, ਇੱਥੋਂ ਤੱਕ ਕਿ ਪੁਲਿਸ ਤਾਂ ਲਾਤੀ ਸੀ MSC 2 ਦੇ ਜਿਹੜੇ ਇਸ਼ਤਿਹਾਰ ਹੈ ਵੀ ਕਿਤੇ ਇਹਨੂੰ ਕੋਈ ਇਸ਼ਤਿਹਾਰ ਨਾ ਪੜਦੇ, 2 ਸਿਪਾਹੀ ਉੱਥੇ ਬਾਤੇ ਸੀ। ਐਦੂ ਜੱਗੋਂ 13ਵੀਂ ਕੀ ਹੋ ਸਕਦੀ ਹੈ? ਪੰਥਕ ਸਰਕਾਰ, ਮੁੱਖ ਮੰਤਰੀ ਜਿਹੜਾ ਫਖਰੇ ਕੌਮ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੇ ਇੰਦਰਜੀਤ ਸਿੰਘ ਸ਼ਰਮਾ ਕਹਿੰਦਾ ਜੀ ਉੱਪਰੋਂ ਹੁਕਮ ਸੀ ਕਰੀਏ ਕਿ ਅਸੀਂ ਦੋਸ਼ੀਆਂ ਨੂੰ ਹੱਥ ਕਿੱਥੋਂ ਪਾਈਏ। ਜੀ ਜੀ ਸੋ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਮੈਂ ਕਿਉਂਕਿ ਤੁਹਾਨੂੰ ਡਿਸਟਰਬ ਕੀਤਾ ਅੱਜ, ਮਾਫੀ ਚਾਹੂੰਗਾ ਕਿਉਂਕਿ ਜ਼ਰੂਰੀ, ਮਿਹਰਬਾਨੀ ਜੀ। ਤੇ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਸਰਦਾਰ ਜਸਵੀਰ ਸਿੰਘ ਭੱਟੀ ਹੋਰਾਂ ਨਾਲ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814232345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop, 5196220660 ਜਾਂ quicktrucklube.com। QTL, because we care. ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਮੈਂ ਗੁਰਜੀਤ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਗੁਰਵਿੰਦਰ ਕੌਰ ਦੀ ਕਲਮ ਤੋਂ ਕਹਾਣੀ ਰਿਸ਼ਤਿਆਂ ਦਾ ਭਰਮ। ਨਾ ਮਾਂ, ਮੇਰੀ ਕੋਈ ਗਲਤੀ ਨਹੀਂ, ਮੈਂ ਸੱਚ ਬੋਲ ਰਹੀ ਹਾਂ। ਉਹਦੇ ਹੰਝੂ ਗਿਰਦੇ ਗਏ ਤੇ ਇੱਕ ਪਲ ਨੇ ਉਸ ਨੂੰ ਤੇ ਉਸਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਸੱਚੀ ਕਿਤੇ ਪੜੀ ਹੋਈ ਲਾਈਨ ਯਾਦ ਆ ਗਈ ਕਿ ਤੂਫਾਨ ਇੱਕ ਲਖਤ ਆਉਂਦੇ ਨੇ ਪਰ ਰਿਸ਼ਤੇ ਬਣਨ ਨੂੰ ਟਾਈਮ ਲੱਗਦਾ ਹੈ। ਸਧਾਰਨ ਨੈਣ ਨਕਸ਼ਾਂ ਵਾਲੀ ਦੀਪ, ਜਿਸਨੇ ਆਪਣਾ ਉਹ ਟਾਈਮ ਜਦੋਂ ਕੁੜੀਆਂ ਸੱਜਦੀਆਂ ਸਵਰਦੀਆਂ ਨੇ
ਪਰਿਵਾਰ ਪਾਲਣ 'ਚ ਬਿਤਾ ਰਹੀ ਸੀ। ਬਾਪ ਦੀ ਆਮਦਨ ਦਾ ਕੋਈ ਹਿਸਾਬ ਕਿਤਾਬ ਨਹੀਂ ਸੀ, ਸੋ ਜਿੰਨਾ ਹੁੰਦਾ ਦੀਪ ਦੇ ਸਿਰ ਤੇ ਹੀ ਘਰ ਚੱਲਦਾ। ਪਰ ਉਹਨੂੰ ਉਹਦੀ ਬਣਦੀ ਜਗ੍ਹਾ ਕਦੇ ਨਾ ਮਿਲੀ। ਪਰਿਵਾਰ ਐਂ ਜਤਾਉਂਦਾ ਜਿਵੇਂ ਨੌਕਰੀ ਕਰਨ ਦਾ ਹੱਕ ਦੇ ਕੇ ਦੀਪ ਤੇ ਕੋਈ ਅਹਿਸਾਨ ਕੀਤਾ ਗਿਆ ਹੋਵੇ। ਨਾ ਦਿਨ ਦੀ ਵੇਲ ਨਾ ਰਾਤ ਦੀ। ਉਹਨੂੰ ਕੋਈ ਪੁਚਕਾਰ ਕੇ ਐਂ ਵੀ ਨਾ ਕਹਿੰਦਾ ਕਿ ਥੱਕ ਗਈ ਹੋਏਂਗੀ। ਨਾਲ ਦੀਆਂ ਕੁੜੀਆਂ ਕਿੰਨੀਆਂ ਗੱਲਾਂ ਕਰਦੀਆਂ, ਪਾਪਾ ਕਹਿੰਦੇ ਆ ਇਹ ਸੂਟ ਨਹੀਂ ਜੱਚਦਾ ਮੇਰੇ ਤੇ, ਮੈਂ ਹੋਰ ਲੈਣਾ ਹੈ। ਕੀ ਮਾਂ-ਬਾਪ ਦਾ ਐਸਾ ਰੂਪ ਵੀ ਹੁੰਦਾ? ਉਹਦੇ ਬਾਪ ਨੇ ਉਹਦੇ ਪੈਰਾਂ ਵੱਲ ਨਾ ਦੇਖਿਆ ਕਿ ਸਰਦ ਰੁੱਤ 'ਚ ਉਹਨੂੰ ਠੰਡ ਵੀ ਲੱਗਦੀ ਹੋਊ। ਖੈਰ, ਜ਼ਿੰਦਗੀ ਕਿਵੇਂ ਵੀ ਨਿਕਲ ਹੀ ਜਾਂਦੀ ਹੈ। ਸ਼ਿਵਮ ਨਾਮ ਸੀ ਉਸ ਮੁੰਡੇ ਦਾ ਜੋ ਉਹਨੂੰ ਉਸ ਦਿਨ ਘਰ ਛੱਡਣ ਆਇਆ ਸੀ। ਸਰਦ ਰੁੱਤ ਦੀ ਬਾਰਿਸ਼ 'ਚ ਦੀਪ ਨੂੰ ਕੋਈ ਬੱਸ ਨਾ ਮਿਲੀ ਤੇ ਸ਼ਿਵਮ, ਜੋ ਕਿ ਲਾਗੇ ਪਿੰਡ ਦਾ ਮੁੰਡਾ ਸੀ ਤੇ ਉਹਦੀ ਸਹੇਲੀ ਦਾ ਭਰਾ, ਚੱਲ ਭੈਣ ਮੈਂ ਛੱਡ ਦਿੰਨਾ ਘਰ। ਨਾ ਵੀਰ ਚਲੀ ਜਾਊਂ ਮੈਂ। ਪਰ ਹਨੇਰਾ ਹੁੰਦਾ ਦੇਖ ਦੀਪ ਬੈਠ ਤਾਂ ਗਈ, ਪਰ ਬੁਰੇ ਵਕਤ ਦਾ ਸਾਇਆ ਵੀ ਨਾਲ ਹੀ ਬੈਠ ਗਿਆ। ਸ਼ਿਵਮ ਨੇ ਘਰ ਤੋਂ ਥੋੜੀ ਦੂਰ ਹੀ ਉਤਾਰ ਦਿੱਤਾ। ਦੀਪ ਨਹੀਂ ਸੀ ਚਾਹੁੰਦੀ ਕਿ ਕੋਈ ਰੌਲਾ ਬਣੇ ਘਰ 'ਚ, ਪਰ ਚੀਰਵੀਂ ਨਜ਼ਰ ਨੇ ਕਿਧਰੇ ਦੇਖ ਹੀ ਲਿਆ। ਹਲੇ ਘਰ ਪੈਰ ਹੀ ਪਾਇਆ ਸੀ ਕਿ ਕੌਣ ਸੀ ਉਹ ਮੁੰਡਾ? ਬਾਪ ਦੀ ਘੂਰਦੀ ਨਜ਼ਰ ਨੇ ਸਾਹ ਨੱਪ ਲਿਆ। ਮੇਰੀ ਸਹੇਲੀ ਦਾ ਭਾਈ ਸੀ ਬਾਪੂ, ਬੱਸ ਨਹੀਂ ਸੀ ਆਈ ਤਾਂ ਕਰਕੇ। ਹਲੇ ਗੱਲ ਮੂੰਹ 'ਚ ਹੀ ਸੀ ਕਿ ਤਾੜ ਕਰਦੀ ਥੱਪੜ ਦੀ ਆਵਾਜ਼ ਦੀਪ ਦਾ ਸੀਨਾ ਚੀਰ ਗਈ। ਨਾ ਹੁਣ ਤੂੰ ਮੁੰਡਿਆਂ ਨਾਲ ਘਰ ਆਏਂਗੀ? ਸ਼ਰਮ ਘੋਲ ਕੇ ਪੀ ਗਈ, ਤੈਨੂੰ ਜੰਮਦੇ ਹੀ ਮਾਰ ਦਿੰਦੇ। ਇਹ ਲਾਈਨ ਤਾਂ ਪਹਿਲਾਂ ਵੀ ਬਹੁਤ ਵਾਰ ਸੁਣੀ ਸੀ, ਪਰ ਅੱਜ ਉਸਦਾ ਮਨ ਕੀਤਾ ਕਿ ਮਾਰਿਆ ਕਿਉਂ ਨਹੀਂ। ਮਾਰ ਦਿੰਦੇ, ਨਰਕ ਤੋਂ ਛੁਟਕਾਰਾ ਮਿਲਦਾ। ਦੀਪ ਦਾ ਚਚੇਰਾ ਭਰਾ ਕੁੜੀ ਭਜਾ ਕੇ ਲਿਆਇਆ ਤੇ ਖੁਸ਼ ਹੋਏ ਸਭ ਕਿ ਇਸ ਨਸ਼ੇੜੀ ਦਾ ਘਰ ਵਸ ਗਿਆ। ਪਰ ਸਹੀ ਲਫ਼ਜ਼ਾਂ 'ਚ ਤਾਂ ਉਸ ਮੁੰਡੇ ਨੇ ਆਪਣੇ ਨਾਲ-ਨਾਲ ਇੱਕ ਕੁੜੀ ਤੇ ਆਉਣ ਵਾਲੀ ਨਸਲ ਦੋਹਾਂ ਦੀ ਜ਼ਿੰਦਗੀ ਬਰਬਾਦ ਕੀਤੀ ਸੀ। ਪਰ ਜਿਨ੍ਹਾਂ ਦੀ ਧੀ ਸੀ ਉਹ, ਉਹਨਾਂ ਦੇ ਉਜੜੇ ਘਰ ਦਾ ਕੀ? ਆਪਣਾ ਪੁੱਤ ਕੁਝ ਕਰੇ ਤਾਂ ਸਹੀ, ਧੀ ਮੁੰਡੇ ਨਾਲ ਤਾਂ ਦਿਖ ਗਈ, ਪਰ ਠੰਡ 'ਚ ਭਿੱਜੀ ਕਿਸੇ ਨੂੰ ਨਜ਼ਰ ਨਹੀਂ ਆਈ। ਸੁੰਨੀਆਂ ਅੱਖਾਂ ਨਾਲ ਮਾਂ ਦੀ ਬਥੇਰੀ ਮਿੰਨਤ ਕੀਤੀ, ਪਰ ਕੋਈ ਅਸਰ ਨਾ ਹੋਇਆ। ਰਿਸ਼ਤਿਆਂ ਦੇ ਭਰਮ ਟੁੱਟ ਚੁੱਕੇ ਸੀ। ਕੁਝ ਲਾਸ਼ਾਂ 'ਚੋਂ ਬਦਬੂ ਨਹੀਂ ਆਉਂਦੀ ਹੁੰਦੀ, ਉਹਨਾਂ ਦੇ ਸਾਹ ਚੱਲਦੇ ਹੁੰਦੇ ਆ, ਪਰ ਅੰਦਰ ਮਰ ਚੁੱਕਿਆ ਹੁੰਦਾ ਹੈ। ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਰਿਸ਼ਤਿਆਂ ਦੇ ਭਰਮ ਟੁੱਟਦੇ ਦੇਖੇ ਹੋਣ। ਖੂਨ ਦੇ ਰਿਸ਼ਤੇ ਵੀ ਆਪਣੇ ਨਹੀਂ ਹੁੰਦੇ। ਤੁਹਾਨੂੰ ਇਹ ਸਾਡਾ ਉਪਰਾਲਾ ਕਿਸ ਤਰ੍ਹਾਂ ਲੱਗਿਆ? ਕੱਲ ਵੀ ਤੁਹਾਨੂੰ ਇੱਕ ਕਹਾਣੀ ਸੁਣਾਈ ਸੀ, ਸੋ ਕੋਸ਼ਿਸ਼ ਰਿਹਾ ਕਰੇਗੀ ਕਿ ਅਸੀਂ ਤੁਹਾਨੂੰ ਕੋਈ ਨਾ ਕੋਈ ਕਹਾਣੀ, ਕੋਈ ਲੇਖ ਜ਼ਰੂਰ ਸੁਣਾਇਆ ਕਰੀਏ। ਸੋ ਟਰੱਕ